ਵਿਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜਿਉ ਕਾਲ ਕਿਰਪਾ ਕਰਾਏ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਉ, ਗੁਰ ਹਿਰਦੈ ਧਿਆਉ। ਸ੍ਰੀ ਗੁਰ ਰਾਮਦਾਸ ਗੁਣ ਗਾਉ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਵਿੰਦ ਸੋਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਹੇ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਭੀਮ ਚੰਦ ਕੋ ਮੋਰਚਾ, ਸੁਬਟ ਬ੍ਰਿੰਦ ਜਿਸ ਮਾਹੇ। ਤੇਤ ਦਿਸ ਗਮਨਿਓ ਖਾਲਸਾ, ਹਿਤ ਮਾਰਨ ਉਤਸਾਹੇ। ਭੀਮ ਚੰਦ ਕੋ ਮੋਰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਤਾ ਗੱਦੀ ਤੇ ਸੁਭਾਏਮਾਨ, ਗਰੀਬ ਨਵਾਜ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਕਰਮਾਂ ਦੇ ਵਡਭਾਗੀ ਹੋ, ਜੋ ਗਰੀਬ ਨਵਾਜ ਸਤਿਗੁਰਾਂ ਨੇ ਐਸੀ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਸਤਿਗੁਰਾਂ ਦੇ ਪਾਵਨ ਅਸਥਾਨਾਂ 'ਤੇ ਸੰਧਿਆ ਦੇ ਸਮੇਂ ਹਾਜ਼ਰੀਆਂ ਭਰ ਰਹੇ ਹਾਂ। ਸੰਧਿਆ ਦੇ ਦੀਵਾਨਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਆਪ ਸਮੂਹ ਸੰਗਤਾਂ ਰੋਜ਼ਾਨਾ ਪਾਵਨ ਸ਼੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਕੱਲ੍ਹ ਦੇ ਪ੍ਰਸੰਗ ਵਿੱਚ ਸੰਗਤ ਨੇ ਸਰਵਣ ਕੀਤਾ ਅਨੰਦਪੁਰ ਸਾਹਿਬ ਦਾ ਦੂਸਰਾ ਜੰਗ ਹੋ ਰਿਹਾ। ਪਹਾੜੀ ਰਾਜੇ ਘੇਰਾ ਪਾ ਕੇ ਬੈਠੇ ਹੋਏ ਨੇ ਅਨੰਦਪੁਰ ਸਾਹਿਬ ਨੂੰ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਉਹਨਾਂ 'ਤੇ ਹਮਲਾ ਕਰਦੇ ਨੇ। ਬੜਾ ਘਮਸਾਣ ਦਾ ਜੰਗ ਹੁੰਦਾ, ਜਿਹਦੇ ਵਿੱਚ ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਨੂੰ ਗੋਲੀ ਲੱਗਦੀ ਹੈ, ਘੋੜਾ ਸ਼ਹੀਦ ਹੋ ਜਾਂਦਾ ਹੈ ਤੇ ਸੇਵਕ ਲਿਆ ਕੇ ਦੂਸਰਾ ਘੋੜਾ ਦਿੰਦਾ। ਇਸ ਤਰ੍ਹਾਂ ਬੜਾ ਭਾਰੀ ਜੰਗ ਕਰਦੇ ਬਾਬਾ ਅਜੀਤ ਸਿੰਘ ਜੀ ਤੇ ਅਨੇਕਾਂ ਵੈਰੀਆਂ ਨੂੰ ਪਾਰ ਬੁਲਾ ਕੇ ਕਿਲੇ ਵਿੱਚ ਪਰਤਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਦੀ ਨਜ਼ਰ ਕਰਦੇ ਨੇ। ਜ਼ਖਮੀ ਸਿੰਘਾਂ ਦਾ ਇਲਾਜ ਹੁੰਦਾ। ਰਾਤ ਦਾ ਸਮਾਂ ਹੁੰਦਾ ਹੈ। ਸਾਰੇ ਸਿੰਘ ਜਲ ਪਾਣੀ ਛਕ ਕੇ ਇਕੱਤਰ ਹੁੰਦੇ ਨੇ, ਜਿਨ੍ਹਾਂ ਵਿੱਚ ਭਾਈ ਆਲਮ ਸਿੰਘ ਜੀ ਜਿਹੜੇ ਨੇ ਉਹ ਮੁੱਖ ਨੇ, ਭਾਈ ਸੇਵਾ ਸਿੰਘ ਜੀ ਨੇ ਮਾਝੇ ਵਾਲੇ, ਭਾਈ ਮਾਨ ਸਿੰਘ ਜੀ ਨੇ ਤੇ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਉੱਥੇ ਹਾਜ਼ਰ ਨੇ ਤੇ ਪਿਆਰੇ ਭਾਈ ਮੋਹਕਮ ਸਿੰਘ ਜੀ ਵੀ ਹਾਜ਼ਰ ਨੇ। ਉਸ ਵੇਲੇ ਸਿੰਘ ਗੁਰਮਤਾ ਕਰਦੇ ਨੇ ਵੀ ਜਿਹੜੇ ਪਹਾੜੀ ਸਿਪਾਹੀ ਮੋਰਚਿਆਂ ਦੇ ਵਿੱਚ ਬੈਠੇ ਨੇ, ਕਿਉਂ ਨਾ ਖਾਲਸਾ ਜਾ ਕੇ ਇਹਨਾਂ ਦੇ ਨਾਲ ਦੋ ਦੋ ਹੱਥ ਕਰੇ। ਗੋਲੀਆਂ ਨਾਲ ਤਾਂ ਬੜੇ ਮਾਰ ਲਏ ਨੇ, ਕਿਉਂ ਨਾ ਜਾ ਕੇ ਹੱਥੋਂ ਹੱਥੀ ਲੜਾਈ ਕੀਤੀ ਜਾਵੇ। ਰਾਤ ਦਾ ਹਨੇਰਾ ਬੜਾ ਸੀ ਤਾਂ ਕੁਝ ਸਿੰਘਾਂ ਨੇ ਵਿਚਾਰ ਕੀਤੀ ਵੀ ਪਾਤਸ਼ਾਹ ਜੀ ਦੇ ਹੁਕਮ ਤੋਂ ਬਿਨਾਂ ਜਾਣਾ ਠੀਕ ਨਹੀਂ। ਤੇ ਉੱਥੇ ਕੁਝ ਗੁਰਮੁਖਾਂ ਨੇ ਇਹ ਸਲਾਹ ਦਿੱਤੀ ਵੀ ਸਤਿਗੁਰੂ ਜੀ ਤਾਂ ਆਰਾਮ ਕਰ ਰਹੇ ਨੇ, ਇਸ ਵਾਸਤੇ ਸਾਡਾ ਹੁਣ ਫਰਜ਼ ਬਣਦਾ ਵੀ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਹੁਕਮ ਲੈ ਲਈਏ। ਤਾਂ ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਹੁਕਮ ਕੀਤਾ ਵੀ ਜਾ ਕੇ ਵੈਰੀਆਂ ਦੇ ਮੋਰਚੇ 'ਤੇ ਹੱਲਾ ਬੋਲਿਆ ਜਾਵੇ, ਵੈਰੀਆਂ ਨੂੰ ਮਾਰਿਆ ਜਾਵੇ। ਇਸ ਤਰ੍ਹਾਂ ਖਾਲਸਾ ਤਿਆਰ ਹੋਇਆ। ਬੰਦੂਕਾਂ ਰੱਖ ਦਿੱਤੀਆਂ ਨੇ, ਹੱਥਾਂ ਵਿੱਚ ਤਲਵਾਰਾਂ, ਨੇਜੇ, ਢਾਲਾਂ ਪਕੜ ਲਈਆਂ ਤੇ ਉਹਨਾਂ 'ਤੇ ਹੱਲਾ ਬੋਲਣ ਦੀ ਤਿਆਰੀ ਕੀਤੀ ਹੈ। ਇਸ ਤੋਂ ਅੱਗੇ ਦੀ ਜੋ ਲੜੀਵਾਰ ਕਥਾ ਵਿਚਾਰ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਾਰ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਕੋ ਮੋਰਚਾ ਸੁਖਦ ਬ੍ਰਿੰਦ ਜਿਸ ਮਾਹੇ। ਜਿੱਥੇ ਭੀਮ ਚੰਦ ਰਾਜੇ ਦੇ ਪਹਾੜੀ ਰਾਜੇ ਨੇ ਮੋਰਚਾ ਲਾਇਆ ਹੋਇਆ, ਘੇਰਾ ਪਾ ਕੇ ਅਨੰਦਪੁਰ ਸਾਹਿਬ ਨੂੰ ਫੌਜ ਬਿਠਾ ਦਿੱਤੀ ਹੈ। ਸਿੰਘ ਗੋਲੀਆਂ ਚਲਾਉਂਦੇ ਨੇ, ਇਸ ਵਾਸਤੇ ਉੱਥੇ ਟੋਏ ਕੱਢ ਲਏ, ਮੋਰਚੇ ਬਣਾ ਲਏ। ਤਾਂ ਜਿੱਥੇ ਬਹੁਤ ਜ਼ਿਆਦਾ ਭੀਮ ਚੰਦ ਦੇ ਸਿਪਾਹੀ ਨੇ ਮੋਰਚਿਆਂ ਦੇ ਵਿੱਚ, ਤਾਂ ਉਸ ਪਾਸੇ ਨੂੰ ਮੋਰਚਿਆਂ ਵੱਲ ਨੂੰ ਖਾਲਸਾ ਤੁਰ ਪਿਆ ਹੈ। ਕਾਹਦੇ ਵਾਸਤੇ? ਵੈਰੀਆਂ ਨੂੰ ਮਾਰਨ ਵਾਸਤੇ। ਸਿੰਘਾਂ ਦੇ ਮਨ ਅੰਦਰ ਵੈਰੀ ਨਾਲ ਯੁੱਧ ਕਰਨ ਦਾ, ਵੈਰੀ ਨੂੰ ਮਾਰਨ ਦਾ ਬੜਾ ਚਾਅ ਹੈ। ਉਸ ਸਮੇਂ ਤਾਂ ਜਿਹੜੇ ਸੂਰਬੀਰ ਸਿੰਘ ਨੇ, ਸੂਰਮੇ ਸਿੰਘ ਨੇ, ਉਹ ਉਸ ਸਮੇਂ ਵੈਰੀ ਵੱਲ ਨੂੰ ਗਏ ਹਨ। ਉਹਨਾਂ ਨੇ ਉਸ ਸਮੇਂ ਚੇਲਿਆਂ ਦੇ ਉੱਤੇ ਤੀਰ ਚੜਾਏ ਹੋਏ ਹਨ। ਕਈਆਂ ਨੇ ਤਲਵਾਰਾਂ ਤੇ ਢਾਲਾਂ ਪਕੜੀਆਂ ਹਨ। ਕਈਆਂ ਨੇ ਹੋਰ ਵੀ ਬਹੁਤ ਸ਼ਸਤਰ ਜਿਹੜੇ ਨੇ ਉਹ ਸੰਭਾਲ ਲਏ ਹਨ। ਕਈਆਂ ਨੇ ਨੇਜੇ ਫੜ ਕੇ ਉੱਪਰ ਨੂੰ ਉਛਾਲੇ ਹਨ। ਤਾਂ ਛੁਰੀਆਂ ਲਈਆਂ ਨੇ, ਕਟਾਰਾਂ ਫੜੀਆਂ ਹੋਈਆਂ ਹਨ। ਸਰੋਈਆਂ ਤਲਵਾਰਾਂ ਲੈ ਕੇ ਤੁਰੇ ਹਨ। ਆਪਣੀਆਂ ਤਲਵਾਰਾਂ ਮਿਆਨਾਂ ਵਿੱਚੋਂ ਬਾਹਰ ਕੱਢ ਲਈਆਂ ਹਨ। ਦੋ ਧਾਰਾਂ ਵਾਲੇ ਖੰਡਿਆਂ ਨੂੰ ਵੀ ਉਸ ਵੇਲੇ ਬਾਹਰ ਕੱਢਿਆ। ਉਹਨਾਂ ਦੀ ਵੀ ਚਮਕ ਬੜੀ ਹੈ। ਬਹੁਤ ਸਾਵਧਾਨ ਹੋ ਕੇ ਚੱਲੇ ਹਨ। ਸਾਰੇ ਜਵਾਨ ਜਿਹੜੇ ਨੇ ਗੁਰੂ ਕੇ ਸਿੰਘ ਨੇ, ਸਾਰੇ ਇੱਕੋ ਜਿਹੇ ਨੇ, ਇੱਕੋ ਬਰਾਬਰ ਦੇ ਹਨ, ਕੋਈ ਫਰਕ ਨਹੀਂ। ਸਾਰੇ ਹੀ ਬੜੇ ਜਵਾਨ ਹਨ। ਬਹੁਤ ਜ਼ਿਆਦਾ ਬਲੀ ਨੇ, ਸੂਰਬੀਰ ਨੇ,
ਬੜੇ ਉੱਚੇ ਲੰਮੇ ਜਵਾਨ ਹਨ। ਚਲੇ ਨਿਸੰਕੇ ਸੋਹਣੇ ਮਸ਼ਹਿਰਿਆਂ ਵਾਲੇ, ਕਿਸੇ ਅੰਦਰ ਕੋਈ ਭੈ ਨਹੀਂ, ਨਿਸ਼ੰਕ ਹਨ। ਚਲਾਏ ਜੁਝਾਰੇ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਸੂਰਮੇ ਤੁਰੇ ਹਨ, ਇਕੈ ਮੇਲ ਵਾਰੇ ਸਾਰੇ ਇੱਕੇ ਵਾਰੀ ਇਕੱਠੇ ਹੋ ਕੇ ਤੁਰ ਪਏ ਹਨ ਤੇ ਇੱਕੋ ਮੇਲ ਜੋਲਦੇ ਨੇ, ਕੋਈ ਫਰਕ ਨਹੀਂ, ਸਾਰੇ ਇੱਕੋ ਵਰਗੇ ਲੱਗਦੇ ਹਨ। ਕਰੈ ਖਾਨ ਪਾਨਾ ਜਿਹੜਾ ਭੋਜਨ ਪ੍ਰਸ਼ਾਦਾ ਛਕਣਾ ਹੈ ਉਹ ਵੀ ਇਕੱਠੇ ਹੀ ਕਰਦੇ ਹਨ। ਕਰੈ ਥਾਨ ਮਾਨਾ ਇੱਕੇ ਥਾਂ ਤੇ ਬਹਿ ਕੇ ਸਾਰੇ ਛਕਣ ਵਾਲੇ ਹਨ। ਅਟੈ ਕੌਣ ਪਾਛੇ ਤਾਂ ਇਹਨਾਂ ਵਿੱਚੋਂ ਦੱਸੋ, ਇੱਕੋ ਜਿਹੇ ਸਰੀਰ, ਇੱਕੋ ਜਿਹੀ ਦਲੇਰੀ, ਇੱਕੋ ਜਿਹੀ ਖੁਰਾਕ ਸਾਰਿਆਂ ਦੀ, ਤਾਂ ਦੱਸੋ ਫਿਰ ਕਿਹੜਾ ਹੈ ਜਿਹੜਾ ਪਿੱਛੇ ਹਟ ਜਾਵੇ? ਸਾਰਿਆਂ ਨੂੰ ਭਰੋਸਾ ਇੱਕ ਦੂਜੇ ਤੋਂ ਵੱਧ ਕੇ ਹੈ। ਅਗਰ ਪਾਛੈ ਤਾਂ ਅੱਗੇ ਉਹ ਹੋ ਕੇ ਲੜਨਾ ਚਾਹੁੰਦੇ ਹਨ ਸਾਰੇ, ਸਮੂਹੰ ਪ੍ਰਹਾਰੀ ਤਾਂ ਸਾਹਮਣੇ ਹੋ ਕੇ ਵਾਰ ਕਰਦੇ ਵੈਰੀਆਂ ਦੇ। ਭੰਗੈ ਪ੍ਰਹਾਰੀ ਤਾਂ ਜਦੋਂ ਦੁਸ਼ਮਣ ਨੂੰ ਪਤਾ ਲੱਗਾ ਵੀ ਸਿੰਘਾਂ ਨੇ ਹੱਲਾ ਬੋਲ ਦਿੱਤਾ, ਉਹਨਾਂ ਨੇ ਗੋਲੀਆਂ ਚਲਾਈਆਂ ਹਨ। ਕਛੂ ਨਾਦ ਸਰੋਤਮ ਤਾਂ ਜਦੋਂ ਕੁਝ ਆਵਾਜ਼ ਹੋਈ, ਗੋਲੀਆਂ ਦਾ ਜਦੋਂ ਸ਼ੋਰ ਹੋਇਆ ਹੈ, ਲਬਨੋ ਘਾਤ ਹੋਤਮ ਤਾਂ ਉਸ ਵੇਲੇ ਜਾਣ ਲਿਆ ਵੀ ਸਾਡੇ ਤੇ ਹਮਲਾ ਹੋ ਗਿਆ ਹੈ, ਸਾਡੇ ਤੇ ਵੈਰੀ ਦਾ ਦਾਅ ਹੋ ਗਿਆ, ਪਹਾੜੀਆਂ ਨੂੰ ਪਤਾ ਲੱਗ ਗਿਆ। ਕਹਿਓ ਆਪ ਮਾਹੀ ਤਾਂ ਉਸ ਵੇਲੇ ਉਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ, ਕਹਿਣ ਲੱਗੇ ਹਨ ਇਤੈ ਕੌਣ ਆਹੀ ਤਾਂ ਵੀ ਇੱਧਰ ਨੂੰ ਕਿਹੜਾ ਆ ਰਿਹਾ ਹੈ। ਇੱਕ ਦੂਜੇ ਨੂੰ ਪੁੱਛਦੇ ਨੇ ਵੀ ਸਾਡੇ ਵੱਲ ਕੌਣ ਵਾਧਾ ਆ ਰਿਹਾ ਹੈ। ਬਨੋ ਰੇ ਸੁਚੇਤਨ ਇਸ ਕਰਕੇ ਸੁਚੇਤ ਹੋ ਜਾਓ, ਸਾਰੇ ਸਾਵਧਾਨ ਹੋ ਜਾਓ। ਤਜੋ ਨੀਧੇਤੰ ਤਾਂ ਨੀਂਦ ਦਾ ਪਿਆਰ ਹੁਣ ਛੱਡ ਦਿਓ, ਹੁਣ ਸੁਸਤੀ ਦਲਿੱਦਰ ਤਿਆਗ ਦਿਓ। ਸੁਨਿਓ ਜਾਣ ਲੀਨੇ ਤਾਂ ਇਸ ਤਰ੍ਹਾਂ ਸੁਣ ਲਓ ਸਾਰੇ ਗੱਲ। ਸਾਰਿਆਂ ਨੇ ਆਵਾਜ਼ ਸੁਣ ਕੇ ਗੋਲੀਆਂ ਦੀ ਜਾਣ ਲਿਆ ਹੈ। ਸਵਾਧਾਨ ਕੀਨੇ ਤਾਂ ਉਸ ਵੇਲੇ ਜਰਨੈਲਾਂ ਨੇ ਸਾਰੇ ਸਿਪਾਹੀਆਂ ਨੂੰ ਸਾਵਧਾਨ ਕੀਤਾ ਹੈ। ਸਿੰਘ ਗਾਜੇ ਤਾਂ ਉਸ ਵੇਲੇ ਸਿੰਘ ਸੂਰਮੇ ਜਿਹੜੇ ਸੀ ਮੈਦਾਨ ਵਿੱਚ ਜਾ ਕੇ ਗੱਜੇ ਹਨ। ਕਹਾਂ ਜਾਹੇ ਭਾਜੇ ਤਾਂ ਹੁਣ ਵੈਰੀ ਜਿਹੜੇ ਨੇ ਉਹ ਭੱਜ ਪਏ, ਉਹ ਅੱਗੇ ਲੱਗ ਤੁਰੇ। ਤਾਂ ਸਿੰਘ ਉਹਨਾਂ ਨੂੰ ਪੁੱਛਦੇ ਨੇ ਵੀ ਹੁਣ ਭੱਜ ਕੇ ਕਿੱਥੇ ਜਾਂਦੇ ਹੋ? ਮੈਂ ਹੋ ਠਾਂਡੇ ਹੁਣ ਇਸ ਤਰ੍ਹਾਂ ਭੱਜੋ ਨਾ, ਸਾਡੇ ਸਾਹਮਣੇ ਖੜੇ ਹੋਵੋ। ਹੁਣ ਲਖ ਖਾਗ ਬਾਡੇ ਹੁਣ ਜਾਣ ਲਓ ਵੀ ਅਸੀਂ ਤੁਹਾਨੂੰ ਖੰਡਿਆਂ ਦੀਆਂ ਧਾਰਾਂ ਦੇ ਨਾਲ ਵੱਢ ਦੇਣਾ ਹੈ। ਜੋ ਤਰਾਸ ਧਾਰੋ ਤਾਂ ਹੁਣ ਕਿਹੜੀ ਗੱਲ ਦਾ ਡਰ ਧਾਰਦੇ ਜੇ? ਜੰਗ ਵਿੱਚ ਆਏ ਹੋ, ਮਾਰਨ ਮਰਨ ਵਾਸਤੇ ਬੰਦਾ ਜੰਗ ਵਿੱਚ ਜਾਂਦਾ ਹੈ, ਇਸ ਵਾਸਤੇ ਹੁਣ ਮਰਨ ਤੋਂ ਕਿਉਂ ਡਰਦੇ ਹੋ? ਬਲੀਜੈ ਪਧਾਰੋ ਹੁਣ ਕਿੱਧਰ ਨੂੰ ਭੱਜ ਕੇ ਜਾ ਰਹੇ ਜੇ? ਨਾ ਆਵੋ ਲੜਾਈ ਜੇ ਇੰਨਾ ਹੀ ਡਰ ਸੀ, ਜੇ ਇੰਨੀ ਜਾਨ ਪਿਆਰੀ ਸੀ, ਪਹਿਲਾਂ ਹੀ ਜੰਗ ਵਿੱਚ ਨਾ ਆਉਂਦੇ। ਚਲੇ ਜਾਹੋ ਤਾਈ ਪਹਿਲਾਂ ਜੰਗ ਵਿੱਚ ਆ ਗਏ ਜੇ ਵੀ ਬੜੇ ਸੂਰਮੇ ਬਣ ਕੇ, ਹੁਣ ਕਿੱਧਰ ਨੂੰ ਭੱਜੇ ਜਾਂਦੇ ਜੇ? ਚਾਚਰੀ ਛੰਦ ਕਹੰਤੇ ਸੁਨੰਤੇ ਲੜਾਈ ਮਚਾਈ ਇਸ ਤਰ੍ਹਾਂ ਦੇ ਬਚਨ ਸੂਰਮੇ ਕਹਿੰਦੇ ਨੇ, ਪਹਾੜੀ ਰਾਜੇ ਸੁਣਦੇ ਨੇ। ਇਸ ਤਰ੍ਹਾਂ ਸ਼ੋਰ ਮਚਦਿਆਂ ਲੜਾਈ ਜਿਹੜੀ ਸੀ ਉਹ ਤੁਰ ਪਈ। ਪ੍ਰਚਾਰ ਪ੍ਰਹਾਰ ਕਿਰਪਾਨੈ ਮਹਾਨੈ ਲਲਕਾਰੇ ਮਾਰਦੇ ਨੇ, ਵੈਰੀਆਂ ਤੇ ਵਾਰ ਕਰਦੇ ਨੇ। ਬੜੀਆਂ ਭਾਰੀ ਜਿਹੜੀਆਂ ਕਿਰਪਾਨਾਂ ਨੇ ਉਹਨਾਂ ਦੇ ਵਾਰ ਹੋ ਰਹੇ ਹਨ। ਨਿਕਾਸੀ ਪ੍ਰਕਾਸ਼ੀ ਉਭਾਰੇ ਪ੍ਰਹਾਰੀ ਇਸ ਤਰ੍ਹਾਂ ਤਲਵਾਰਾਂ ਮਿਆਨਾਂ ਚੋਂ ਬਾਹਰ ਕੱਢ ਲਈਆਂ। ਬੜੀਆਂ ਲਿਸ਼ਕਣੀਆਂ ਪ੍ਰਕਾਸ਼ ਵਾਲੀਆਂ ਤਲਵਾਰਾਂ ਹਨ, ਉਹਨਾਂ ਨੂੰ ਉੱਪਰ ਨੂੰ ਉਭਾਰ ਕੇ ਵੈਰੀਆਂ ਦੇ ਉੱਤੇ ਹੱਲਾ ਬੋਲਦੇ ਸਿੰਘ ਸੂਰਮੇ। ਸੰਗੀ ਭੁਜੰਗੀ ਰਸਾਵੈ ਚਲਾਵੈ ਸਾਰੇ ਨਿਸੰਗ ਨੇ, ਨਿਡਰ ਨੇ, ਤੇ ਭੁਜੰਗੀ ਕਹਿੰਦੇ ਨੇ ਸੱਪ ਨੂੰ। ਤੇ ਸੱਪ ਦੇ ਵਿੱਚ ਗੁੱਸਾ ਬੜਾ ਹੁੰਦਾ, ਕ੍ਰੋਧ ਬੜਾ ਹੁੰਦਾ। ਤਾਂ ਸਾਰੇ ਕਹਿੰਦੇ ਬੜਾ ਕ੍ਰੋਧ ਕਰਦੇ ਵੈਰੀਆਂ ਤੇ ਸੱਪ ਵਾਂਗੂ ਇਸ ਤਰ੍ਹਾਂ ਤੇਗਾਂ ਚਲਾ ਰਹੇ ਹਨ ਕ੍ਰੋਧ ਵਿੱਚ। ਸੋ ਰੰਗੀ ਸੋ ਚੰਗੀ ਚਮਕੈ ਖਮਕੈ ਤਾਂ ਬੜੀਆਂ ਸੋਹਣੇ ਰੰਗ ਦੀਆਂ ਕਿਰਪਾਨਾਂ ਲੱਗਦੀਆਂ ਜਦੋਂ ਲਹੂ ਦੇ ਨਾਲ ਭਿੱਜ ਗਈਆਂ ਨੇ, ਤੇ ਬੜੀਆਂ ਚੰਗੀਆਂ ਕਿਸਮ ਦੀਆਂ ਤਲਵਾਰਾਂ ਹਨ। ਉਹਨਾਂ ਨੂੰ ਜਦੋਂ ਉੱਪਰ ਵੱਲ ਕਰਕੇ ਉਛਾਲਦੇ ਨੇ ਚਮਕਦੀਆਂ ਨੇ, ਤੇ ਵੈਰੀਆਂ ਦੇ ਇਸ ਤਰ੍ਹਾਂ ਉਹ ਚਮਕਦੀਆਂ ਹੋਈਆਂ ਤਲਵਾਰਾਂ ਬਿਜਲੀ ਵਾਂਗੂ ਵੱਜਦੀਆਂ ਹਨ। ਦਬਕੈ ਦਬਕੈ ਅੰਤਕੈ ਸੰਸੰਕੈ ਤਾਂ ਵੈਰੀਆਂ ਦੇ ਲਬਕ ਲਬਕ ਕੇ ਪੈਂਦੇ ਨੇ, ਉਹਨਾਂ ਨੂੰ ਦਬਕਾਉਂਦੇ ਨੇ। ਵੈਰੀਆਂ ਦੇ ਵਿੱਚ ਬੜਾ ਆਤੰਕ ਕਹਿ ਲਈਏ, ਭੈ ਹੈ, ਬਹੁਤ ਜ਼ਿਆਦਾ ਵੈਰੀ ਡਰਿਆ ਹੋਇਆ ਹੈ। ਜਠੇਲੇ ਜਠੇਲੇ ਪਰਪੇਲੇ ਤਕੇਲੇ ਤਾਂ ਬੜੇ ਜਸ਼ੀਲੇ ਨੇ ਸਿੰਘ ਸੂਰਮੇ। ਉਹਨਾਂ ਨੇ ਵੈਰੀਆਂ ਨੂੰ ਉਸ ਵੇਲੇ ਜਿਹੜੇ ਪਹਾੜੀਏ, ਪਰਠੇਲੇ ਕਹਿੰਦੇ ਪਹਾੜੀਆਂ ਨੂੰ, ਪਰਪੇਲੇ ਪਹਾੜੀਏ ਨੇ, ਉਹਨਾਂ ਨੂੰ ਧਕੇਲ ਕੇ ਰੱਖ ਦਿੱਤਾ। ਗੁਰੂ ਕੇ ਜਠੇਲੇ ਭਾਵ ਉੱਚੇ ਲੰਮੇ ਸੂਰਮਿਆਂ ਨੇ।
ਜੁਝਾਰੈ ਨ ਹਾਰੈ ਬਿਦਾਰੇ ਕਰਾਰੇ। ਤਾਂ ਸਾਰੇ ਜੁਝਾਰੂ ਨੇ, ਜੂਝਣ ਵਾਲੇ ਨੇ, ਇਸ ਕਰਕੇ ਹਾਰਦੇ ਨਹੀਂ, ਵੈਰੀਆਂ ਨੂੰ ਮਾਰਦੇ ਹਨ, ਬੜੀ ਕਰਾਰੀ ਮਾਰ ਰਹੇ ਹਨ। ਅੰਧੇਰਾ ਕਨੇਰਾ ਨ ਹੇਰੇ ਨੇ ਬੇਰੇ। ਤਾਂ ਹਨੇਰਾ ਬਹੁਤ ਜ਼ਿਆਦਾ ਸੰਘਣਾ ਹੈ, ਬਹੁਤ ਜ਼ਿਆਦਾ ਕਾਲੀ ਰਾਤ ਹੈ, ਕੁਝ ਨਜ਼ਰ ਹੀ ਨਹੀਂ ਆਉਂਦਾ। ਉਸ ਹਨੇਰੇ ਵਿੱਚ ਸਿੰਘ ਸੂਰਮੇ ਵੈਰੀਆਂ ਨੂੰ ਮਾਰ ਰਹੇ ਹਨ। ਜੁਟੇ ਹੈ ਕੁਟੇ ਹੈ ਲਟੇ ਨਾ ਹਟੇ ਨਾ। ਤਾਂ ਜਿਹੜੇ ਸਿੰਘ ਸੂਰਮੇ ਨੇ ਉਹ ਜੁੱਟੇ ਨੇ ਜੰਗ ਵਿੱਚ, ਵੈਰੀਆਂ ਨੂੰ ਕੱਟ ਵੱਢ ਰਹੇ ਹਨ। ਤਾਂ ਜਿਹੜੇ ਸਿੰਘ ਨੇ ਉਹ ਹੁਣ ਜੰਗ ਕਰਨੋਂ ਟਲਦੇ ਨਹੀਂ, ਹਟਦੇ ਨਹੀਂ, ਇਸ ਤਰ੍ਹਾਂ ਹੱਲੇ ਕਰ ਕਰਕੇ ਵੈਰੀਆਂ ਨੂੰ ਨਿਬੇੜੀ ਜਾਂਦੇ ਹਨ। ਸਰਖੰਡੀ ਛੰਦ ਜੁਟ ਗਈ ਤਰਵਾਰੀ ਰੌਰ ਪੁਕਾਰ ਤੇ। ਤਾਂ ਉਸ ਵੇਲੇ ਰੌਲਾ ਪੈਂਦਿਆਂ, ਹਾਹਾਕਾਰ ਮਚਦਿਆਂ ਤਲਵਾਰਾਂ ਚੱਲ ਪਈਆਂ ਹਨ। ਲੋਥ ਲੋਥ ਪਰ ਡਾਰੀ ਉਪਰ ਕੋ ਤਰੇ। ਤਾਂ ਲੋਥਾਂ ਦੇ ਉੱਤੇ ਲੋਥਾਂ ਵਿਛਾ ਕੇ ਰੱਖ ਦਿੱਤੀਆਂ, ਇਸ ਤਰ੍ਹਾਂ ਢੇਰ ਲਾ ਦਿੱਤੇ ਸਿੰਘਾਂ ਨੇ ਲਾਸ਼ਾਂ ਦੇ। ਭੁਜੈ ਪਸਾਰ ਉਭਾਰੀ ਮਾਰਤ ਜੋਰ ਤੇ। ਤਾਂ ਬਾਹਾਂ ਪਸਾਰ ਕੇ ਉੱਪਰ ਨੂੰ ਚੁੱਕ ਕੇ ਪੂਰੇ ਬਲ ਦੇ ਨਾਲ ਤਲਵਾਰਾਂ ਦੇ ਵਾਰ ਕਰਦੇ ਹਨ। ਫਟੇ ਤੁਲਕ ਤਿਸ ਬਾਰੀ ਨਹੀਂ ਚਲਾਉਂਦੇ। ਤਾਂ ਉਸ ਵੇਲੇ ਜਿਹੜੀਆਂ ਗੋਲੀਆਂ ਚੱਲਣੀਆਂ ਉਹ ਬੰਦ ਹੋ ਗਈਆਂ। ਹੁਣ ਕੋਈ ਵੀ ਪਹਾੜੀ ਫੌਜੀ ਜਿਹੜਾ ਸਿਪਾਹੀ ਹੈ ਉਹ ਗੋਲੀ ਨਹੀਂ ਚਲਾ ਰਿਹਾ, ਕਿਉਂਕਿ ਸਿੰਘ ਉਹਨਾਂ ਦੇ ਸਿਰ ਤੇ ਪਹੁੰਚ ਗਏ ਹਨ। ਬਰਛੀ ਸਾਂਗ ਪਰੋਏ ਫੇਰ ਨਿਕਾਸੀਆ। ਇਸ ਤਰ੍ਹਾਂ ਵੈਰੀਆਂ ਨੂੰ ਬਰਛੀ ਦੇ ਵਿੱਚ ਪਰੋ ਲਿਆ ਸਿੰਘਾਂ ਨੇ। ਤਾਂ ਬਰਛੀਆਂ ਵੈਰੀਆਂ ਦੇ ਸੀਨੇ ਦੇ ਵਿੱਚ ਵਿੰਨ ਕੇ ਬਾਹਰ ਕੱਢਦੇ ਹਨ। ਗੁੱਤ ਹਥਾਵਤ ਹੋਏ ਜੰਤਰ ਮਾਰਦੇ। ਤਾਂ ਆਪਸ ਦੇ ਵਿੱਚ ਹੱਥੋਂ ਹੱਥੀ ਹੋ ਪਏ। ਹੁਣ ਕੋਈ ਦੂਰ ਦੀ ਲੜਾਈ ਨਹੀਂ, ਤੀਰਾਂ ਬੰਦੂਕਾਂ ਦੀ, ਹੁਣ ਤਾਂ ਹੱਥੋਂ ਹੱਥੀ ਯੁੱਧ ਮਚਿਆ ਹੈ। ਤਾਂ ਕਟਾਰਾਂ ਦੇ ਵਾਰ ਕਰਦੇ ਹਨ, ਕਟਾਰਾਂ ਦੇ ਨਾਲ ਵੈਰੀਆਂ ਨੂੰ ਮਾਰਦੇ ਹਨ। ਉੱਚੇ ਨਾਦਤ ਰੋਏ ਪਰੇ ਪਹਾੜੀਏ। ਤਾਂ ਇਸ ਤਰ੍ਹਾਂ ਜਦੋਂ ਸਿੰਘਾਂ ਨੇ ਮਾਰ ਮਾਰੀ, ਇਸ ਤਰ੍ਹਾਂ ਪਹਾੜੀਆਂ ਨੂੰ ਮਾਰਿਆ, ਤਾਂ ਜਿਹੜੇ ਪਹਾੜੀਏ ਸੀ ਉਹ ਉੱਚੀ ਆਵਾਜ਼ ਦੇ ਵਿੱਚ ਉਸ ਵੇਲੇ ਕਰਲਾਉਣ ਲੱਗੇ ਹਨ। ਬੜੀ ਨੀਂਦ ਇੱਕ ਸੋਏ ਬਹੁਰ ਨਾ ਜਾਗਦੇ। ਜਿਹੜਾ ਇੱਕ ਵਾਰੀ ਕਹਿੰਦੇ ਮੌਤ ਦੀ ਨੀਂਦ ਸੌਂ ਗਿਆ, ਫਿਰ ਕਿੱਥੇ ਉੱਠਦਾ। ਇੱਕ ਨੀਂਦ ਨੂੰ ਵੀ ਮੌਤ ਮੰਨਿਆ ਹੈ ਨਾ। ਇੱਕ ਜਿਹੜਾ ਰੋਜ਼ਾਨਾ ਸੌਂਦੇ ਆ ਬੰਦਾ ਉੱਠ ਪੈਂਦਾ, ਤਾਂ ਕਹਿ ਲਈਏ ਮਰ ਕੇ ਜਿਉਂਦਾ ਹੁੰਦਾ ਰੋਜ਼ ਬੰਦਾ। ਪਰ ਜਿਹੜੀ ਅਸਲ ਮੌਤ ਆ ਜਾਣੀ ਨਾ, ਜਿਹੜਾ ਮੌਤ ਦੀ ਨੀਂਦ ਸੌਂ ਗਿਆ ਉਹ ਫਿਰ ਕਿੱਥੇ ਉੱਠਦਾ ਹੈ। ਬਚੀ ਮਾਰ ਵਿਕਰਾਲੀ ਤੜਫਤ ਛਿਤ ਪਰੈ। ਤਾਂ ਇਸ ਤਰ੍ਹਾਂ ਬੜੀ ਭਿਆਨਕ ਮਾਰ ਮੱਚੀ ਪਹਾੜੀਆਂ ਦੇ ਉੱਤੇ, ਧਰਤੀ ਦੇ ਉੱਤੇ ਤਲਵਾਰਾਂ ਦੇ ਵਾਰ ਖਾ ਕੇ ਤੜਫ ਰਹੇ ਹਨ। ਸੁਧ ਨਹਿ ਕਿਨੂੰ ਸੰਭਾਲੀ ਮੂਰਖ ਕੱਟ ਗਏ। ਤਾਂ ਕਿਸੇ ਨੇ ਵੀ ਉਸ ਵੇਲੇ ਖਬਰ ਨਹੀਂ ਜਾਣੀ, ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਸਿੰਘ ਆ ਗਏ। ਤਾਂ ਜਿਹੜੇ ਮੂਰਖ ਪਹਾੜੀਏ ਨੇ ਉਹ ਬੇਖਬਰ ਹੀ ਕੱਟੇ ਗਏ, ਵੱਢੇ ਗਏ ਹਨ। ਨਹਿ ਕਰਵਾਰ ਨਿਕਾਲੀ ਚਲੇ ਬਲਾਇਕ। ਤੇ ਕਈ ਤਾਂ ਇਹੋ ਜਿਹੇ ਵੀ ਸੀ ਜਿਨ੍ਹਾਂ ਨੂੰ ਜਦੋਂ ਪਤਾ ਲੱਗਾ ਵੀ ਸਿੰਘ ਆ ਗਏ, ਉਹਨਾਂ ਨੇ ਤਲਵਾਰ ਹੀ ਨਹੀਂ ਮਿਆਨ ਚੋਂ ਕੱਢੀ, ਉਹ ਤਾਂ ਅੱਗੇ ਲੱਗ ਕੇ ਭੱਜ ਤੁਰੇ ਹਨ। ਕਾਲੀ ਧੂਮ ਵਿਸਾਲੀ ਮਾਰੇ ਮੋਰਚਾ। ਤਾਂ ਸਿੰਘਾਂ ਨੇ ਬਹੁਤ ਜ਼ਿਆਦਾ ਉੱਥੇ ਧੂਮ ਮਚਾ ਦਿੱਤੀ ਤੇ ਸਾਰਾ ਮੋਰਚਾ ਜਾ ਕੇ ਫਤਿਹ ਕਰ ਲਿਆ ਹੈ। ਭੀਮ ਚੰਦ ਹੰਡੂਰੀ ਸੁਧ ਕੋ ਪਾਇਕ। ਤਾਂ ਜਿਹੜਾ ਭੀਮ ਚੰਦ ਰਾਜਾ ਹੰਡੂਰੀਆ ਹੈ, ਉਹਨੂੰ ਜਦੋਂ ਖਬਰ ਮਿਲੀ ਹੈ ਵੀ ਇਸ ਤਰ੍ਹਾਂ ਹੋ ਰਿਹਾ ਜੰਗ ਦੇ ਮੈਦਾਨ ਵਿੱਚ ਸਿੰਘਾਂ ਦਾ ਹੱਲਾ ਹੋ ਗਿਆ ਹੈ, ਸੁਨ ਪੁਕਾਰ ਭਟ ਭੂਰੀ ਔਚਕ ਜਾਗ ਕੈ। ਜਦੋਂ ਉਹਨੇ ਆਪਣੇ ਸੂਰਮਿਆਂ ਦੀ ਪੁਕਾਰ ਸੁਣੀ, ਜਿਹੜੇ ਭੱਜ ਜਾਂਦੇ ਨੇ, ਚੀਕਾਂ ਮਾਰਦੇ ਕਰਲਾਉਂਦੇ ਨੇ, ਜਿਹੜੇ ਰੌਲਾ ਪਾਉਂਦੇ ਹਾਏ ਮਰ ਗਏ ਦਾ, ਉਹਨਾਂ ਦੀ ਆਵਾਜ਼ ਸੁਣ ਕੇ ਭੀਮ ਚੰਦ ਰਾਜਾ ਅਚਾਨਕ ਉੱਠਿਆ ਹੈ। ਸੰਗ ਰਾਤ ਮੈਂ ਚੋਰੀ ਸਿੰਘਨ ਆਇ ਕੈ। ਤਾਂ ਉਸ ਵੇਲੇ ਉਹਨੂੰ ਪਤਾ ਲੱਗਾ ਵੀ ਸਿੰਘਾਂ ਨੇ ਮੋਰਚਿਆਂ ਵਿੱਚ ਆ ਕੇ ਮੇਰੀ ਫੌਜ ਮਾਰ ਦਿੱਤੀ ਹੈ। ਮਾਰੋ ਪਹੁੰਚ ਜ਼ਰੂਰੀ ਜਾਹੋ ਸਤਾਪਤੇ। ਤਾਂ ਜਿਹੜੇ ਡੇਰੇ ਦੇ ਵਿੱਚ ਉਹਦੇ ਕੋਲ ਸਿਪਾਹੀ ਨੇ ਨਾ, ਉਹਨਾਂ ਨੂੰ ਕਹਿੰਦਾ ਛੇਤੀ ਭੱਜ ਕੇ ਜਾਓ, ਸਿੰਘਾਂ ਨੇ ਆਪਣੇ ਸਿਪਾਹੀ ਮਾਰ ਦਿੱਤੇ, ਜਾ ਕੇ ਸਿੰਘਾਂ ਨੂੰ ਖਤਮ ਕਰ ਦਿਓ। ਦੋਨੋਂ ਗਰਪਤ ਜਾਗੇ ਸੁਭਟ ਪਠਾਵਦੇ। ਤਾਂ ਉਸ ਵੇਲੇ ਦੋਵੇਂ ਜਿਹੜੇ ਪਹਾੜੀ ਰਾਜੇ ਨੇ, ਭੀਮ ਚੰਦ ਤੇ ਕੇਸਰੀ ਚੰਦ, ਦੋਵੇਂ ਉੱਠ ਪਏ ਹਨ ਆਪਣੇ ਵੈਰੀਆਂ ਨੂੰ ਭੇਜਣ, ਵਾਹਿਗੁਰੂ ਆਪਣੇ ਸਿਪਾਹੀਆਂ ਨੂੰ ਸਿੰਘਾਂ ਵੱਲ ਭੇਜਣ ਲਈ। ਜੈ ਬਚਾਵੋ ਆਗੇ ਬਿਲਮ ਨਾ ਕੀਜੀਐ। ਤਾਂ ਕਹਿੰਦਾ ਭੱਜ ਕੇ ਅੱਗੇ ਜਾਓ ਸਿੰਘਾਂ ਵੱਲ ਨੂੰ, ਹੁਣ ਬਹੁਤੀ ਦੇਰ ਨਾ ਲਾਓ। ਸੁਨਿਯਤ ਆਵਤ ਭਾਗੇ ਤਜ ਕਰ ਮੋਰਚਾ। ਤਾਂ ਉਹਨੇ ਕਿਹਾ ਵੀ ਸੁਣਿਆ ਮੈਂ, ਆਵਾਜ਼ਾਂ ਆ ਰਹੀਆਂ ਵੀ ਆਪਣੇ ਸਿਪਾਹੀ
ਸਿੰਘਾਂ ਦੇ ਅੱਗੇ ਲੱਗ ਕੇ ਭੱਜੇ ਆਉਂਦੇ ਹਨ ਮੋਰਚੇ ਛੱਡ ਕੇ। ਸੋਨ ਪਟ ਆਯੁਧ ਲਾਗੇ ਨਿਕਸੇ ਸਿਵਰ ਤੇ। ਤਾਂ ਜਿਹੜੇ ਉਹਦੇ ਕੋਲ ਸੂਰਮੇ ਸੀ, ਜਿਹੜੇ ਸਿਪਾਹੀ ਸੀ, ਉਹਨਾਂ ਨੇ ਆਪਣੇ ਸ਼ਸਤਰ ਚੁੱਕੇ ਨੇ ਤੇ ਸਿਵਰ ਤੋਂ ਭਾਵ ਡੇਰੇ ਚੋਂ ਬਾਹਰ ਨਿਕਲੇ ਹਨ। ਨਾਹਿਨ ਜਾਣਿਓ ਜਾਈ ਕੇਤਕ ਖਾਲਸਾ। ਪਰ ਹਨੇਰੇ ਦੇ ਕਰਕੇ ਤੇ ਇੱਕ ਰੌਲਾ ਹੀ ਇੰਨਾ ਮਚਿਆ ਹੋਇਆ, ਪਤਾ ਨਹੀਂ ਲੱਗਦਾ ਵੀ ਕਿੰਨਾ ਕੁ ਖਾਲਸਾ ਚੜ੍ਹਾਈ ਕਰਕੇ ਆ ਗਿਆ। ਕੁਝ ਸਮਝ ਨਹੀਂ ਲੱਗਦੀ ਵੀ ਸਿੰਘਾਂ ਦੀ ਗਿਣਤੀ ਕਿੰਨੀ ਹੈ। ਰਹੇ ਦੂਰ ਅਰਗਾਈ ਮੇਰੇ ਨਹਿ ਟੁਕੇ। ਤਾਂ ਸਿੰਘਾਂ ਨੇ ਵੈਰੀਆਂ ਨੂੰ ਦੂਰ ਹੀ ਰੋਕ ਛੱਡਿਆ। ਇੰਨਾ ਜ਼ਿਆਦਾ ਭਿਆਨਕ ਜੰਗ, ਇੰਨੀ ਜ਼ਿਆਦਾ ਤੇਗ ਚਲਾਈ ਵੀ ਕੋਈ ਵੈਰੀ ਡਰਦਾ ਗਾਂਹ ਹੀ ਨਹੀਂ ਜਾਂਦਾ। ਤਾਂ ਸਿੰਘਾਂ ਨੇ ਭੈ ਦੇ ਕੇ ਦਬਕਾ ਕੇ ਦੁਸ਼ਮਣਾਂ ਨੂੰ ਬੜੀ ਦੂਰ ਡੱਕ ਲਿਆ ਹੈ। ਮੋਰਚੇ ਮਹਿ ਸਮੁਦਾਈ ਕਟਿਆ ਸੋ ਕਰੇ। ਤਾਂ ਜਿੰਨੇ ਵੀ ਮੋਰਚੇ ਦੇ ਵਿੱਚ ਸਿਪਾਹੀ ਸੀ, ਜਿਹੜੇ ਬੈਠੇ ਸੀ ਮੋਰਚਾ ਲਾ ਕੇ, ਉਹਨਾਂ ਸਾਰਿਆਂ ਨੂੰ ਗੁਰੂ ਕੇ ਖਾਲਸੇ ਨੇ ਕੱਟ ਵੱਢ ਦਿੱਤਾ ਹੈ। ਕੇਤਕ ਭੈ ਪਲਾਈ ਪ੍ਰਾਨ ਬਚਾਏ ਕੈ। ਤਾਂ ਕਈ ਜਿਹੜੇ ਫਿਰ ਬਚ ਗਏ, ਉਹ ਕਿੱਦਾਂ ਬਚੇ ਵੀ ਜਿਹੜੇ ਭੱਜ ਗਏ। ਕਈਆਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਧਰਤ ਰਾਤ ਰਕਸ਼ਾਤੀ ਬੋਲਿਓ ਜਾਏ ਨਾ। ਤਾਂ ਇਸ ਤਰ੍ਹਾਂ ਵੈਰੀਆਂ ਦੀ ਛਾਤੀ ਜਿਹੜੀ ਆ ਹੁਣ ਧੜਕ ਧੜਕ ਕੇ ਵੱਜਦੀ ਹੈ। ਧੜਕਣਾਂ ਤੇਜ਼ ਹੋ ਗਈਆਂ, ਭੈ ਦੇ ਨਾਲ, ਘਬਰਾਹਟ ਦੇ ਨਾਲ ਛਾਤੀ ਤੇਜ਼ ਧੜਕਦੀ ਆ। ਉਹਨਾਂ ਤੋਂ ਬੋਲਿਆ ਨਹੀਂ ਜਾਂਦਾ, ਕੋਈ ਗੱਲ ਨਹੀਂ ਹੁੰਦੀ। ਬਿਥੇਰੇ ਲੰਗਰ ਘਾਤੇ ਇਕੱਠੇ ਹੋਏ ਨਾ। ਤਾਂ ਆਪਸ ਦੇ ਵਿੱਚ ਸਲਾਹਾਂ ਕਰਕੇ ਦਾ ਵਿਚਾਰਿਆ ਵੀ ਜੇ ਇਕੱਠੇ ਹੋਏ ਤੇ ਇਹਨਾਂ ਨੇ ਮਾਰ ਦੇਣਾ। ਤਾਂ ਦਾ ਖੇਡ ਕੇ ਚਲਾਕੀ ਦੇ ਨਾਲ ਸਾਰੇ ਨਿਖਰ ਗਏ, ਇੱਕ ਦੂਜੇ ਤੋਂ ਦੂਰ ਹੋ ਕੇ ਖਲੋ ਗਏ ਹਨ। ਆਰਤੀ ਧੀਰਜ ਪਾਏ ਨਾ। ਤਾਂ ਇਸ ਤਰ੍ਹਾਂ ਜਿਹੜਾ ਤਾਂ ਸਾਹਮਣੇ ਆ ਗਿਆ ਨਾ, ਜਿਹੜਾ ਵੀ ਵੈਰੀ ਕੋਈ ਆਉਂਦਾ ਉਹਨੂੰ ਗੁਰੂ ਕੇ ਸਿੰਘ ਵੱਢ ਕੇ ਸੁੱਟ ਦਿੰਦੇ ਹਨ। ਸਰੋਣਤ ਲੋਧ ਬਪਾਤੀ ਹਾਏ ਅਲਾਏ ਨਾ। ਤਾਂ ਹੁਣ ਹੌਸਲਾ ਨਹੀਂ ਰਿਹਾ ਕਿਸੇ ਨੂੰ। ਜਦੋਂ ਵੇਖਿਆ ਨਾ ਵੱਡ ਵੱਡ ਸੁੱਟੀ ਜਾਂਦੇ ਨੇ, ਹੁਣ ਕਿਸੇ ਦਾ ਹੌਸਲਾ ਨਹੀਂ ਪੈਂਦਾ ਗਾਂਹ ਹੋਣ ਦਾ। ਇਸ ਤਰ੍ਹਾਂ ਲਹੂ ਜਿਹੜਾ ਹੈ ਲੋਥਾਂ ਦੇ ਵਿੱਚੋਂ ਵਗਦਾ। ਜਿਹੜੀਆਂ ਲੋਥਾਂ ਨੇ ਉਹ ਲਹੂ ਦੇ ਨਾਲ ਭਿੱਜੀਆਂ ਪਈਆਂ ਨੇ, ਉਹਨਾਂ ਦੇ ਵਿੱਚ ਸਵਾਸ ਨਹੀਂ, ਕਿਉਂਕਿ ਜਿਹੜਾ ਜ਼ਖਮੀ ਹੁੰਦਾ ਉਹ ਹਾਏ ਹਾਏ ਪੁਕਾਰਦਾ। ਪਰ ਕਹਿੰਦੇ ਇਹਨਾਂ ਦੀ ਜਾਨ ਨਿਕਲ ਗਈ, ਕਿਸੇ ਦੇ ਮੂੰਹੋਂ ਹਾਏ ਨਹੀਂ ਨਿਕਲਦਾ ਹੁਣ। ਭੱਟ ਸਿੰਘਨ ਬਹੁ ਮਾਰੇ ਬਹਰੋ ਮੁਰਜਲੇ। ਤਾਂ ਸਿੰਘਾਂ ਨੇ ਬਹੁਤ ਜ਼ਿਆਦਾ ਵੈਰੀ ਦੇ ਜਿਹੜੇ ਸੂਰਮੇ ਸੀ, ਪਹਾੜੀਆਂ ਦੇ ਜਿਹੜੇ ਸਿਪਾਹੀ ਸੀ, ਮਾਰ ਦਿੱਤੇ। ਇਸ ਤਰ੍ਹਾਂ ਵੈਰੀ ਨੂੰ ਮਾਰ ਕੇ ਵਾਪਸ ਮੁੜਨ ਲੱਗੇ ਹਨ। ਉਹਦੇ ਸਿੰਘ ਲਲਕਾਰੇ ਕਰੇ ਅਵਾਹਿਨਾ। ਤਾਂ ਭਾਈ ਉਹਦੇ ਸਿੰਘ ਜੀ ਨੇ ਉਸ ਵੇਲੇ ਸਿੰਘਾਂ ਨੂੰ ਲਲਕਾਰ ਕੇ ਆਵਾਜ਼ ਦਿੱਤੀ ਹੈ, ਕਾਰਜ ਸਿੱਧ ਤੁਮਾਰੇ ਹਟਿਆ ਖਾਲਸਾ। ਵੀ ਖਾਲਸਾ ਜੀ ਜਿਹੜੇ ਕਾਰਜ ਵਾਸਤੇ ਗਏ ਸੀ ਉਹ ਸਿੱਧ ਹੋ ਗਿਆ। ਮੋਰਚਿਆਂ ਦੇ ਸਿਪਾਹੀ ਮਾਰਨੇ ਸੀ, ਮਾਰ ਲਏ ਨੇ। ਇਸ ਕਰਕੇ ਹੁਣ ਸਮੁੱਚਾ ਖਾਲਸਾ ਵਾਪਸ ਪਰਤਾਵੇ। ਸਭ ਨੇ ਆਪਣੇ ਥਾਨ ਮਝਾਰੇ ਆਵਨ ਸਭ ਲਗੇ। ਤਾਂ ਇਸ ਤਰ੍ਹਾਂ ਭਾਈ ਉਹਦੇ ਸਿੰਘ ਜੀ ਦਾ ਆਵਾਜ਼ਾਂ ਸੁਣ ਕੇ ਜਿੰਨੇ ਵੀ ਸਿੰਘ ਸੀ ਸਾਰੇ ਆਪਣੇ ਥਾਵਾਂ ਤੇ ਵਾਪਸ ਮੁੜ ਆਏ ਹਨ। ਘਾਇਲ ਸੰਘਾਰੇ ਸਿੰਘ ਸੰਭਾਲ ਕੇ। ਤਾਂ ਇਸ ਤਰ੍ਹਾਂ ਜੇ ਕੋਈ ਘਾਇਲ ਸੀ, ਜਿਹਨੂੰ ਫੱਟ ਲੱਗ ਗਿਆ, ਕਿਉਂਕਿ ਜੰਗ ਹੈ ਤੇ ਜੰਗ ਦੇ ਵਿੱਚ ਦੋਵੇਂ ਗੱਲਾਂ ਵਾਪਰਦੀਆਂ ਨੇ, ਵਾਰ ਕੀਤੇ ਵੀ ਜਾਂਦੇ ਨੇ ਤੇ ਵਾਰ ਝੱਲਣੇ ਵੀ ਪੈਂਦੇ ਨੇ। ਇੱਦਾਂ ਨਹੀਂ ਹੁੰਦਾ ਵੀ ਇੱਕ ਧੇਰੀ ਵਾਰ ਕਰੇ ਤੇ ਦੂਜਾ ਖਾ ਲੇ। ਤਾਂ ਜਿਹੜਾ ਸੂਰਮਾ ਕਿਸੇ ਨੂੰ ਮਾਰਦਾ ਹੈ ਉਹਨੂੰ ਆਪਣੇ ਸਰੀਰ ਤੇ ਵੀ ਫੱਟ ਸਹਿਣੇ ਪੈਂਦੇ ਨੇ। ਇਹ ਅੱਜ ਕੱਲ੍ਹ ਦੀਆਂ ਸਾਡੀਆਂ ਲੜਾਈਆਂ ਥੋੜ੍ਹਾ ਵੀ 100 ਮੀਲ ਦੂਰ ਬੈਠਾ ਬੰਦਾ ਰੌਲਾ ਪਾਈ ਜਾਂਦਾ, ਨਿੱਕੀਆਂ ਨਿੱਕੀਆਂ ਸਟੇਟਮੈਂਟਾਂ ਜੀਆਂ ਦੇ ਕੇ ਕਹਿੰਦੇ ਅਸੀਂ ਬੱਬਰ ਸ਼ੇਰ ਹਾਂ। ਇੱਦਾਂ ਨਹੀਂ, ਸ਼ੇਰਾਂ ਦੇ ਖਿਤਾਬ ਉਹਨਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਵੈਰੀ ਦੇ ਆਮੋ ਸਾਹਮਣੇ ਹੋ ਕੇ ਜੰਗ ਕੀਤਾ। ਅੱਜ ਕੱਲ੍ਹ ਪਤਾ ਨਹੀਂ ਕਿੱਥੋਂ ਇੰਨੇ ਮਿੱਟੀ ਦੇ ਸ਼ੇਰ ਤਿਆਰ ਹੋਈ ਜਾਂਦੇ ਨੇ। 4 ਲਫ਼ਜ਼ ਬੋਲ ਕੇ ਨਾ ਕਿਸੇ ਦੇ ਖਿਲਾਫ ਤੇ ਮੁੜ ਕੇ ਕਹਿੰਦੇ ਮੇਰੇ ਵਰਗਾ ਸ਼ੇਰ ਹੀ ਕੋਈ ਨਹੀਂ। ਪਰ ਗੁਰੂ ਕੇ ਸ਼ੇਰ ਸੀ ਜਿਹੜੇ ਬੜੀ ਥੋੜ੍ਹੀ ਗਿਣਤੀ ਵਿੱਚ ਬਹੁਤੇ ਵੈਰੀਆਂ ਤੇ ਹੱਲਾ ਕਰਕੇ ਪੈ ਜਾਂਦੇ ਸੀ, ਦੁਸ਼ਮਣਾਂ ਨੂੰ ਮਾਰਦੇ ਸੀ, ਸਰੀਰ ਤੇ ਫੱਟ ਸਹਿੰਦੇ ਸੀ।
ਇੱਥੇ ਗੋਲੀ ਦੂਜੇ ਪਿੰਡ ਚੱਲਦੀ ਹੁੰਦੀ ਹੈ ਤੇ ਕੰਧਾਂ ਟੱਪਣ ਲੱਗ ਪੈਂਦੇ ਤੇ ਮੁੜ ਕੇ ਕਹਿੰਦੇ ਅਸੀਂ ਸ਼ੇਰ ਆ। ਇਹੋ ਜਿਹੇ ਮਿੱਟੀ ਦੇ ਕਾਗਜ਼ੀ ਸ਼ੇਰ ਵੀ ਅੱਜ ਕੱਲ੍ਹ ਬੜੇ ਨੇ। ਪਰ ਇਹ ਜਿਹੜੇ ਸ਼ੇਰ ਨੇ ਨਾ, ਇਹ ਵੈਰੀ ਦੇ ਵਾਰ ਵੀ ਕਰਦੇ ਨੇ, ਵੈਰੀ ਦਾ ਵਾਰ ਆਪਣੀ ਹਿੱਕ ਤੇ ਜਰਦੇ ਵੀ ਹਨ। ਇਸ ਤਰ੍ਹਾਂ ਸਿੰਘ ਜਿਹੜੇ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਦੂਸਰੇ ਸਿੰਘ ਸੰਭਾਲ ਲੈਂਦੇ ਹਨ। ਆਏ ਵੀਰ ਜੁਝਾਰੇ ਹੱਥ ਗਨ ਸ਼ਤਰੂ ਕੋ। ਤਾਂ ਇਸ ਤਰ੍ਹਾਂ ਜਿਹੜੇ ਜੁਝਾਰੂ ਸੂਰਮੇ ਨੇ ਉਹ ਸਾਰੇ ਵਾਪਸ ਪਰਤ ਆਏ। ਉਹ ਆਪਣੇ ਟਿਕਾਣਿਆਂ ਤੇ ਆ ਗਏ ਹਨ, ਵੈਰੀਆਂ ਦਾ ਨਾਸ਼ ਕਰਕੇ, ਵੈਰੀਆਂ ਨੂੰ ਖਤਮ ਕਰਕੇ। ਸਤਿਗੁਰ ਫਤਿਹ ਉਚਾਰੇ ਗਰਜਤ ਖਾਲਸਾ। ਤੇ ਜਦੋਂ ਮੋਰਚਾ ਫਤਿਹ ਕਰ ਲਿਆ ਨਾ, ਗਰਜਵੀਂ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਵਿੱਚ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉੱਚੀ ਉੱਚੀ ਆਵਾਜ਼ ਵਿੱਚ ਕਰਦੇ ਹਨ। ਆਨੰਦ ਨਗਰ ਮਝਾਰੇ ਆਨੰਦ ਸੋਬਰੇ। ਤਾਂ ਉਸ ਵੇਲੇ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਗੁਰੂ ਕੇ ਖਾਲਸੇ ਬੜੇ ਆਨੰਦ ਦੇ ਨਾਲ ਆ ਕੇ ਵੜ ਗਏ ਹਨ। ਝਾਰ ਮਤਾਬੇ ਜਾਰੇ ਬਹਰ ਪਹਾੜੀਆ। ਤਾਂ ਜਦੋਂ ਸਿੰਘ ਆ ਗਏ, ਫਿਰ ਜਿਹੜੇ ਪਹਾੜੀਏ ਸੀ ਉਹਨਾਂ ਨੇ ਝਾੜੀਆਂ ਨੂੰ ਅੱਗ ਲਾ ਕੇ ਚਾਨਣ ਕੀਤਾ। ਉੱਥੇ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਮਿਸਾਲਾਂ ਬਾਲੀਆਂ ਹਨ। ਪੰਜ ਮਿਸਾਲ ਉਜਾਰੇ ਤਿਮਰਨ ਸਾਇਕ। ਤਾਂ ਬਹੁਤ ਜ਼ਿਆਦਾ ਮਿਸਾਲਾਂ ਬਾਲ ਕੇ ਹਨੇਰਾ ਦੂਰ ਕੀਤਾ ਹੈ। ਆਏ ਮੋਰਚੇ ਭਾਰੇ ਲਗੇ ਬਿਲੋਕਬੋ। ਤਾਂ ਜਿਹੜੇ ਬਹੁਤ ਭਾਰੀ ਮੋਰਚੇ ਲਾਏ ਸੀ, ਜਿੱਥੇ ਬਹੁਤ ਜ਼ਿਆਦਾ ਸਿਪਾਹੀ ਮੋਰਚਿਆਂ ਵਿੱਚ ਬਿਠਾਏ ਸੀ, ਚਾਨਣ ਕਰਕੇ ਲੋ ਕਰਕੇ ਉਹਨਾਂ ਮੋਰਚਿਆਂ ਨੂੰ ਵੇਖਣ ਵਾਸਤੇ ਆਏ ਹਨ। ਮਰੇ ਸਮੂਹ ਨਿਹਾਰੇ ਲੋਥਾਂ ਡਿੱਗੀਆਂ। ਤਾਂ ਆ ਕੇ ਸਾਹਮਣੇ ਕੀ ਵੇਖਿਆ ਵੀ ਜਿੱਥੇ ਇੰਨੇ ਸਿਪਾਹੀ ਛੱਡੇ ਸੀ, ਇੰਨੀ ਫੌਜ ਬਿਠਾਈ ਸੀ, ਉੱਥੇ ਕੋਈ ਵੀ ਜਿਉਂਦਾ ਨਹੀਂ, ਬਸ ਲਾਸ਼ਾਂ ਹੀ ਖਿਲਰੀਆਂ ਹੋਈਆਂ ਹਨ। ਵਜੇ ਮਰਨ ਤੇ ਸੋ ਗਏ ਬਲਾਇਕ। ਕੋਈ ਵੀ ਮੋਰਚੇ ਦੇ ਵਿੱਚ ਜਿਉਂਦਾ ਨਹੀਂ ਬਚਿਆ, ਕੇਵਲ ਉਹੀ ਜਿਉਂਦਾ ਬਚਿਆ ਜਿਹੜਾ ਉੱਥੋਂ ਭੱਜ ਕੇ ਨਿਕਲ ਗਿਆ। ਅਵਲੋਕਨ ਸਭ ਕੋ ਮ੍ਰਿਤਕ ਡਰਾਵਣੇ। ਤਾਂ ਸਾਰੇ ਆ ਕੇ ਵੇਖਦੇ ਨੇ। ਹੁਣ ਜਦੋਂ ਲਾਸ਼ਾਂ ਵੇਖਦੇ, ਵੇਖ ਕੇ ਭੈ ਆਉਂਦਾ। ਇੰਨੇ ਇੰਨੇ ਫੱਟ ਲੱਗੇ ਨੇ ਵੀ ਮੁਰਦਿਆਂ ਵੱਲ ਵੇਖ ਕੇ ਡਰ ਆਉਂਦਾ ਮਨ ਨੂੰ। ਲਾਲ ਥਾਨ ਜਹ ਜੋ ਸ਼ਰੋਮਤ ਪਚਰਗਾ। ਤਾਂ ਉਸ ਵੇਲੇ ਸਾਰੇ ਪਾਸੇ ਲਹੂ ਖਿਲਰਿਆ ਹੋਇਆ, ਜਿੱਧਰ ਨੂੰ ਨਜ਼ਰ ਪੈਂਦੀ ਆ ਖੂਨ ਹੀ ਖੂਨ ਹੈ। ਤਾਂ ਸਾਰੀ ਜਿਹੜੀ ਉੱਥੇ ਧਰਤੀ ਹੈ ਉਹ ਲਹੂ ਦੇ ਨਾਲ ਭਿੱਜ ਚੁੱਕੀ ਹੈ। ਕਿਤੇ ਇਕੱਠੇ ਤੈ ਦੋ ਲੋਥਾਂ ਗੁੱਥੀਆਂ। ਕਈ ਥਾਵਾਂ ਤੇ ਦੋ ਦੋ ਤਿੰਨ ਤਿੰਨ ਲਾਸ਼ਾਂ ਹੇਠ ਉੱਤੇ ਪਈਆਂ ਹਨ ਇਕੱਠੀਆਂ ਹੀ। ਦੋਹਰਾ ਸਭ ਗਰਨਾਥਨ ਤਬ ਸੁਣਿਓ ਸਿੰਘ ਪਰੇ ਬਲਵੰਡ। ਆ ਫਿਰ ਉਸ ਵੇਲੇ ਜਿਹੜੇ ਪਹਾੜੀਆਂ ਦੇ ਰਾਜੇ ਸੀ, ਜਰਨੈਲ ਸੀ, ਉਹਨਾਂ ਨੂੰ ਸਾਰਿਆਂ ਨੂੰ ਖਬਰ ਹੋ ਗਈ ਵੀ ਆਪਣੇ ਮੋਰਚਿਆਂ ਦੇ ਉੱਤੇ ਆ ਕੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਹੈ। ਭੀਮ ਚੰਦ ਕੋ ਮੋਰਚਾ ਕੀਨ ਖੰਡ ਬਿਹੰਡ। ਤਾਂ ਜਿਹੜਾ ਭੀਮ ਚੰਦ ਦਾ ਬਹੁਤ ਭਾਰੀ ਮੋਰਚਾ ਸੀ, ਜਿਹਦੇ ਵਿੱਚ ਬਹੁਤ ਜ਼ਿਆਦਾ ਤਕੜਾਈ ਕੀਤੀ ਹੋਈ ਸੀ, ਫੌਜ ਲਾਈ ਸੀ, ਬੜਾ ਸੁਚੇਤ ਕੀਤਾ ਸੀ, ਉਹ ਮੋਰਚਾ ਸਿੰਘਾਂ ਨੇ ਟੁਕੜੇ ਟੁਕੜੇ ਕਰਕੇ ਖਿਲਾਰ ਦਿੱਤਾ ਹੈ। ਬਚਿਓ ਨਹੀਂ ਕੋ ਸੂਰਮਾ ਸਿੰਘ ਰਹਿਓ ਨਹਿ ਮਾਹੇ। ਤਾਂ ਕੋਈ ਵੀ ਸੂਰਮਾ ਕਹਿੰਦੇ ਸਾਡਾ ਬਚਿਆ ਨਹੀਂ, ਤੇ ਉਹਨਾਂ ਦਾ ਕੋਈ ਸਿੰਘ ਸਾਡੇ ਤੋਂ ਮਾਰਿਆ ਨਹੀਂ ਗਿਆ। ਉਹ ਸਾਡੇ ਸਾਰੇ ਮਾਰ ਗਏ ਨੇ, ਉਹਨਾਂ ਦਾ ਇੱਕ ਵੀ ਸਿੰਘ ਸਾਡੇ ਤੋਂ ਮਾਰ ਕੇ ਇੱਥੇ ਰੱਖਿਆ ਨਹੀਂ ਗਿਆ। ਗਤ ਅਚਰਜ ਕਛ ਕਰ ਗਏ ਨਹਿ ਮਨ ਜਾਣੀ ਜਾਹੇ। ਇਹ ਬੜੀ ਅਨੋਖੀ ਜੀ ਗੱਲ ਕਰ ਗਏ ਨੇ, ਵੱਖਰੀ ਜੀ ਗੱਲ ਕਰ ਗਏ ਨੇ, ਹੈਰਾਨੀ ਵਾਲੀ। ਸਾਡਾ ਤਾਂ ਵੇਖ ਕੇ ਮਨ ਹੈਰਾਨ ਹੁੰਦਾ ਹੈ ਵੀ ਇੰਨੀ ਭਾਰੀ ਫੌਜ ਨੂੰ ਕਿੱਦਾਂ ਮਾਰ ਦਿੱਤਾ। ਤਾਂ ਇਸ ਤਰ੍ਹਾਂ ਉਹਨਾਂ ਦੀ ਇਹ ਗੱਲ ਸਾਡੀ ਸਮਝ ਵਿੱਚ ਨਹੀਂ ਆ ਰਹੀ। ਚੌਪਈ ਆਨ ਤਿਮਰ ਮਹਿ ਸ਼ਬਦ ਸੰਘਾਰੇ। ਉਹਨਾਂ ਨੇ ਹਨੇਰੇ ਦੇ ਵਿੱਚ ਆ ਕੇ ਸਾਡੇ ਬਹੁਤ ਜ਼ਿਆਦਾ ਸੂਰਮੇ ਮਾਰ ਦਿੱਤੇ ਹਨ। ਔਚਕ ਪਰੇ ਸਕਲ ਹੀ ਮਾਰੇ। ਅਜਨਚੇਤ ਹੀ ਹੱਲਾ ਬੋਲ ਦਿੱਤਾ, ਕਿਸੇ ਕੋਲੋਂ ਵੀ ਮੋਰਚੇ ਵਿੱਚ ਬਚਿਆ ਨਹੀਂ ਗਿਆ, ਸਾਰੇ ਮਾਰ ਦਿੱਤੇ ਹਨ। ਸੁਨ ਸਭ ਕੇ ਮਨ ਉਪਜਿਓ ਤਰਾਸਾ। ਜਿਹਨੂੰ ਜਿਹਨੂੰ ਪਤਾ ਲੱਗਾ ਨਾ ਵੀ ਸਿੰਘ ਪੈ ਗਏ ਆ ਕੇ ਫੌਜਾਂ ਨੂੰ, ਸਾਡੇ ਸਿਪਾਹੀ ਮਰ ਗਏ, ਤਾਂ ਸਾਰਿਆਂ ਦੇ ਮਨ ਵਿੱਚ ਉਸ ਵੇਲੇ ਬੜਾ ਭੈ ਹੋਇਆ ਹੈ। ਬਿਨਹੀ ਸੰਗਰ ਭੈ ਬਿਨਾਸਾ। ਇਹ ਤਾਂ ਕਹਿੰਦੇ ਜੰਗ ਤੋਂ ਬਿਨਾਂ ਹੀ ਮਾਰੇ ਗਏ। ਇੱਕ ਤਾਂ ਹੁੰਦਾ ਜਾ ਕੇ ਕਿਸੇ ਤੇ ਹਮਲਾ ਕਰਨਾ, ਆਮੋ ਸਾਹਮਣੀ ਲੜਾਈ ਵਿੱਚ ਮਾਰੇ ਜਾਣਾ,
ਪਰ ਇਹ ਤਾਂ ਬਿਨਾਂ ਕਿਸੇ ਜੰਗ ਤੋਂ ਅਚਨਚੇਤ ਹੀ ਮਾਰੇ ਗਏ ਹਨ। ਹਏ ਸੁਚੇਤ ਮਿਲੇ ਗਨ ਜਾਗੇ। ਉਸ ਵੇਲੇ ਸਾਰੇ ਸਾਵਧਾਨ ਹੋ ਗਏ, ਉੱਠ ਬੈਠੇ ਹਨ, ਆਪਸ ਦੇ ਵਿੱਚ ਇਕੱਠੇ ਹੋ ਗਏ ਹਨ। ਪੁੰਜਿਤ ਪੰਗ ਚਲਾਵਨ ਲਾਗੇ। ਤੇ ਫਿਰ ਜਿੱਥੇ ਜਿੱਥੇ ਵੀ ਕੋਈ ਬੈਠਾ ਸੀ, ਜਿਵੇਂ ਜਿਵੇਂ ਪਤਾ ਲੱਗਾ, ਡਰ ਦੇ ਵਿੱਚ ਹੀ ਕਿਤੇ ਸਿੰਘ ਇੱਧਰ ਨੂੰ ਨਾ ਆ ਜਾਣ, ਕਿਤੇ ਸਾਡੇ ਤੇ ਹਮਲਾ ਨਾ ਹੋ ਜਾਏ, ਇਸ ਕਰਕੇ ਆਪਣਾ ਦਬਕਾ ਬਣਾਉਣ ਲਈ ਗੋਲੀਆਂ ਚਲਾ ਰਹੇ ਹਨ। ਤਰਾ ਭਰੋਸਾ ਸਤਾ ਨਾਹੀ। ਤਾਂ ਹੁਣ ਜਰਨੈਲ ਜਿਹੜੇ ਨੇ ਸਿਪਾਹੀਆਂ ਨੂੰ ਸਮਝਾਉਂਦੇ ਨੇ ਵੀ ਭਰੋਸਾ ਰੱਖੋ, ਡਰੋ ਨਾ, ਤੇ ਇੱਕ ਕਿਸੇ ਨੇ ਸੌਣਾ ਨਹੀਂ, ਸਾਰੇ ਸਾਵਧਾਨ ਰਹੋ। ਜੇ ਸਬਤਾ ਇਸ ਬਦ ਮਰ ਜਾਹੀ। ਤਾਂ ਜੇਕਰ ਤੁਸੀਂ ਸੌਂ ਗਏ ਨਾ, ਜੇ ਤਾਂ ਜਾਗਦੇ ਰਹੇ ਬਚ ਜਾਓਗੇ, ਪਰ ਜੇ ਤੁਸੀਂ ਸੌਂ ਗਏ ਤਾਂ ਜਿਵੇਂ ਇਹ ਆਪਣੇ ਸਾਥੀ ਮਰੇ ਨੇ, ਇਸੇ ਤਰ੍ਹਾਂ ਸਾਰੇ ਮਾਰੇ ਜਾਓਗੇ। ਮੋਰਚੇ ਬਨ ਸਾਵਧਾਨਾ। ਤਾਂ ਸਾਰੇ ਉਸ ਵੇਲੇ ਮੋਰਚਿਆਂ ਦੇ ਵਿੱਚ ਸਾਵਧਾਨ ਹੋ ਕੇ ਤਿਆਰ ਹੋ ਕਰਕੇ ਬੈਠੇ ਹਨ। ਕਰੈ ਬਰਸ ਪਰ ਊਚ ਬਖਾਨਾ। ਆਪਸ ਦੇ ਵਿੱਚ ਉੱਚੀ ਉੱਚੀ ਸਾਰੇ ਗੱਲਾਂ ਕਰਦੇ ਪਏ ਨੇ। ਜਾਗਤ ਰਹਤ ਫੰਗੈ ਮਾਰੋ। ਇੱਕ ਦੂਜੇ ਨੂੰ ਕਹਿੰਦੇ ਨੇ ਜਾਗਦਾ ਰਹਿ, ਇੱਕ ਦੂਜੇ ਦਾ ਖਿਆਲ ਰੱਖਦੇ ਵੀ ਕੋਈ ਸੌਂ ਨਾ ਜਾਏ, ਤੇ ਨਾਲ ਕਹਿੰਦੇ ਗੋਲੀਆਂ ਚਲਾਈ ਜਾਓ। ਇਤ ਉਤ ਆਵਤ ਜਾਤ ਨਿਹਾਰੋ। ਪੂਰਾ ਧਿਆਨ ਰੱਖੋ, ਕੋਈ ਇੱਧਰ ਉੱਧਰ ਜਾਂਦਾ ਮਿਲਦਾ ਹੈ ਉਹਦੇ ਤੇ ਨਿਗਾਹ ਰੱਖੋ। ਮੈਂ ਚੰਦ ਕੈ ਚਿੰਤਕ ਨੇਰੀ। ਰਾਜਾ ਭੀਮ ਚੰਦ ਤਾਂ ਬਹੁਤਾ ਡਰ ਗਿਆ, ਉਹਦੇ ਮਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਚਿੰਤਾ ਹੋਈ ਹੈ। ਹੋਇ ਵਿਜੈ ਉਪਾਇ ਨਹਿਰੀ। ਕਹਿੰਦਾ ਮੇਰੀ ਜਿੱਤ ਕਿੱਦਾਂ ਹੋਏਗੀ, ਮੈਨੂੰ ਲੱਗਦਾ ਨਹੀਂ ਵੀ ਮੈਂ ਜਿੱਤ ਜਾਵਾਂ, ਮੇਰੇ ਕੋਲ ਜਿੱਤਣ ਦਾ ਕੋਈ ਉਪਾਅ ਨਹੀਂ ਹੈ। ਨਿਤ ਪ੍ਰਤ ਜੋਧਾ ਮਰਹਿ ਹਜ਼ਾਰੋ। ਕਿਉਂਕਿ ਨਿਤ ਪ੍ਰਤ ਰੋਜ਼ਾਨਾ ਮੇਰੇ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਮਰ ਰਹੇ ਹਨ। ਇਸੀ ਰੀਤ ਹੋਏ ਮਮ ਹਾਰੋ। ਇਸੇ ਕਰਕੇ ਮੈਨੂੰ ਲੱਗਦਾ ਹੈ ਵੀ ਜੇ ਰੋਜ਼ ਹਜ਼ਾਰਾਂ ਹੀ ਸੂਰਮੇ ਮੈਂ ਮਰਾਈ ਗਿਆ ਇੱਥੇ, ਤੇ ਇਹਦਾ ਤਾਂ ਹਜ਼ਾਰਾਂ ਕਰਕੇ ਇੱਕ ਦਿਨ ਮੇਰੀ ਫੌਜ ਸਾਰੀ ਮਾਰੀ ਜਾਏਗੀ। ਜੇ ਇਸੇ ਤਰ੍ਹਾਂ ਮੇਰੇ ਸੂਰਮੇ ਮਰਦੇ ਰਹੇ, ਇੱਕ ਦਿਨ ਮੇਰੀ ਹਾਰ ਹੋ ਜਾਏਗੀ। ਦਰ ਤਬਤ ਦਿਨ ਮੋਕਹੁ ਕਨੇ। ਕਿਉਂਕਿ ਮੈਨੂੰ ਤਾਂ ਲੜਦਿਆਂ ਬੜੇ ਦਿਨ ਬੀਤ ਗਏ। ਜਦੋਂ ਕੋਈ ਬਹੁਤੀ ਵੱਡੀ ਫੌਜ ਹੁੰਦੀ ਹੈ ਨਾ, ਉਹਦੇ ਤੋਂ ਛੇਤੀ ਮੋਰਚਾ ਫਤਿਹ ਨਾ ਹੋਵੇ, ਫਿਰ ਸੂਰਮਿਆਂ ਦੇ ਹੌਸਲੇ ਟੁੱਟ ਜਾਂਦੇ ਨੇ, ਉਹਨਾਂ ਦੀ ਲੜਨ ਦੀ ਤਾਕਤ ਖਤਮ ਹੋ ਜਾਂਦੀ ਹੈ, ਤੇ ਦੂਰ ਦੂਰ ਦੇ ਦੇਸ਼ਾਂ ਤੱਕ ਵੀ ਬਦਨਾਮੀ ਹੋ ਜਾਂਦੀ ਵੀ ਐਡੀ ਫੌਜ ਲੈ ਕੇ ਗਿਆ ਤੇ ਬਣਿਆ ਕੱਖ ਵੀ ਨਹੀਂ। ਇਹ ਵੀ ਗੱਲ ਹੁੰਦੀ ਨਾ। ਤਾਂ ਬੜੀ ਜ਼ਿਆਦਾ ਨਮੋਛੀ ਹੁੰਦੀ ਆ ਦੂਜੇ ਰਾਜਾਂ ਵਿੱਚ ਵੀ, ਇਹ ਰਾਜੇ ਤੋਂ ਥੋੜੇ ਜਿੰਨੇ ਵੈਰੀ ਨਹੀਂ ਖਤਮ ਹੋਏ, ਇਹ ਇੰਨਾ ਲੰਮਾ ਕੰਮ ਲਮਕਾ ਕੇ ਬਹਿ ਗਿਆ। ਤਾਂ ਇਹ ਕਹਿੰਦਾ ਬੜੇ ਦਿਨ ਹੋ ਗਏ ਮੈਨੂੰ ਜੰਗ ਕਰਦਿਆਂ। ਸਿੰਘ ਮਵਾਸੀ ਜਾਹੇ ਨਾ ਹਨੇ। ਪਰ ਜਿਹੜੇ ਆਕੀ ਹੋਏ ਬੈਠੇ ਨੇ ਨਾ ਸਿੰਘ, ਇੰਨੇ ਯਤਨ ਕਰ ਲਏ, ਇੰਨੀ ਫੌਜ ਮਰਾ ਲਈ, ਪਰ ਮੇਰੇ ਤੋਂ ਆਕੀ ਸਿੰਘ ਨਹੀਂ ਮਾਰੇ ਗਏ। ਆਏ ਵਹਿਰ ਤੇ ਬੀਜ ਪ੍ਰਵੇਸੇ। ਤਾਂ ਪਹਿਲਾਂ ਤਾਂ ਥੋੜੇ ਸੀ ਅੰਦਰ, ਪਰ ਹੁਣ ਬਾਹਰੋਂ ਆ ਕੇ, ਪਿੰਡਾਂ ਥਾਵਾਂ ਤੋਂ ਆ ਕੇ ਹੋਰ ਵੀ ਆਨੰਦਪੁਰ ਦੇ ਵਿੱਚ ਵੜ ਗਏ ਹਨ। ਭੈ ਬਰਸੰਤੇ ਅਬਹੁ ਵਿਸ਼ੇਸੇ। ਤਾਂ ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦੇ ਹੋ ਗਏ। ਪਹਿਲਾਂ ਤਾਂ ਥੋੜੇ ਹੀ ਨਹੀਂ ਸੀ ਕਾਬੂ ਆਉਂਦੇ, ਥੋੜਿਆਂ ਨਾਲ ਹੀ ਨਹੀਂ ਸੀ ਲੜਿਆ ਜਾਂਦਾ। ਹੁਣ ਤਾਂ ਜਥੇ ਬਣਾ ਬਣਾ ਕੇ ਬਾਹਰੋਂ ਵੀ ਅੰਦਰ ਆ ਗਏ ਨੇ। ਹੁਣ ਕਿੱਦਾਂ ਇਹਨਾਂ ਦੇ ਨਾਲ ਲੜਿਆ ਜਾਏਗਾ। ਗੁਰ ਆਨੰਦਪੁਰ ਛੋੜਹਿ ਨਾਹੀ। ਤੇ ਉਧਰੋਂ ਗੁਰੂ ਸਾਹਿਬ ਵੀ ਆਪਦੀ ਗੱਲ ਤੇ ਪੱਕੇ ਨੇ, ਉਹਨਾਂ ਨੇ ਵੀ ਆਨੰਦਪੁਰ ਨਗਰ ਨੂੰ ਛੱਡਣਾ ਨਹੀਂ ਹੈ। ਬੈਠੇ ਰਹੇ ਜੋ ਸਭ ਸੁਖ ਪਾਹੀ। ਉਹਨਾਂ ਨੂੰ ਕੀ ਫਰਕ ਪੈਂਦਾ ਉੱਥੇ ਬੈਠਿਆਂ ਨੂੰ, ਉਹਨਾਂ ਨੂੰ ਆਨੰਦਪੁਰ ਸਾਹਿਬ ਬੈਠਿਆਂ ਨੂੰ ਸਾਰੇ ਸੁੱਖ ਅੰਦਰ ਕਿਲੇ 'ਚ ਮਿਲਦੇ ਨੇ। ਹੁਣ ਜਿਹੜਾ ਬਾਹਰ ਬੈਠਾ ਦੁਖੀ ਤਾਂ ਉਹ ਹੈ ਨਾ, ਹਜ਼ਾਰਾਂ ਦਾ ਖਰਚਾ ਫੌਜ ਦਾ, ਲੱਖਾਂ ਦਾ ਖਰਚਾ, ਫਿਰ ਬਾਹਰ ਆ ਕੇ ਰੜੇ ਮੈਦਾਨ ਬੈਠਣਾ ਤੰਬੂ ਲਾ ਕੇ, ਜਿਹੜਾ ਮਹਿਲਾਂ 'ਚ ਬੈਠਾ ਉਹਦੇ ਦਾ ਆਨੰਦ ਨੇ। ਤਾਂ ਕਹਿੰਦਾ ਮਹਾਰਾਜ ਅੰਦਰ ਕਿਲੇ ਵਿੱਚ ਬੈਠੇ ਨੇ, ਉਹਨਾਂ ਨੂੰ ਤਾਂ ਸਾਰੇ ਸੁੱਖ ਮਿਲ ਰਹੇ ਹਨ। ਖਾਣ ਪਾਣ ਤੇ ਤੰਗ ਨਾ ਹੋਏ। ਨਾ ਕੋਈ ਖਾਣ ਪੀਣ ਦੀ ਤੰਗੀ ਹੈ। ਸਾਰੇ ਸਿੰਘਾਂ ਨੂੰ, ਜਿੰਨੇ ਵੀ ਆਨੰਦਪੁਰ ਸਾਹਿਬ ਦੇ ਵਾਸੀ ਨੇ, ਸਾਰਿਆਂ ਨੂੰ ਖਾਣ ਪੀਣ ਲਈ ਚੰਗਾ ਭੋਜਨ ਮਿਲ ਰਿਹਾ ਹੈ। ਫੁਲਕਾ ਬਹੁ ਬਰੂਦ ਲੈ ਢੋਏ। ਤਾਂ ਇਹਨਾਂ ਕੋਲ ਗੋਲੀ ਬਰੂਦ ਦੀ ਵੀ ਕੋਈ ਘਾਟ ਨਹੀਂ, ਨਾ ਗੋਲੀਆਂ ਦੀ ਥੋੜ ਹੈ, ਨਾ ਬਰੂਦ ਦੀ ਥੋੜ ਹੈ। ਇਹਨਾਂ ਨੇ ਪਹਿਲਾਂ ਹੀ ਢੋ ਢੋ ਕੇ ਬਹੁਤ ਇਕੱਠਾ ਕੀਤਾ ਹੋਇਆ ਹੈ। ਸਿੰਘ ਓਟ ਮਹਿ ਲਰਤ ਨਾ ਮਰੈ। ਤਾਂ ਸਿੰਘ ਜਿਹੜੇ ਨੇ ਨਾ, ਇਹਨਾਂ ਕੋਲ ਬਹੁਤ ਜ਼ਿਆਦਾ ਗੋਲੀ ਬਰੂਦ ਹੈ।
ਤੇ ਕਿਲੇ ਦੇ ਆਸਰੇ ਵਿੱਚ ਲੜਦਿਆਂ ਮੇਰੇ ਤੋਂ ਮਾਰੇ ਨਹੀਂ ਜਾਣੇ। ਹੁਣ ਕਈ ਕਹਿ ਦਿੰਦੇ ਵੀ ਇਹ ਸਿੰਘ ਜਿਹੜੇ ਨੇ ਇਹ ਸ਼ਸਤਰ ਇਕੱਠੇ ਕਰੀ ਫਿਰਦੇ ਨੇ। ਹੁਣ ਮੇਰੇ ਅੱਗੇ ਨਵੇਂ ਜੇ ਨਾ ਬੜਾ ਰੌਲਾ ਪਾਉਂਦੇ, ਕਹਿੰਦੇ ਇੰਨੀਆਂ ਕਿਰਪਾਨਾਂ ਰੱਖੀ ਫਿਰਦੇ ਨੇ, ਇਹਨਾਂ ਦੇ ਲਾਇਸੈਂਸ ਜ਼ਬਤ ਕਰ ਲਓ। ਤੇ ਰੌਲਾ ਪਾਉਂਦੇ ਵੀ ਇਹਨਾਂ ਕੋਲੋਂ ਤਲਵਾਰਾਂ ਫੜੀਆਂ ਜਾਂਦੀਆਂ, ਇਹਨਾਂ ਕੋਲ ਹਥਿਆਰ ਫੜੇ ਜਾਂਦੇ ਨੇ। ਤੇ ਗੱਲਾਂ ਉਹ ਕਰਦੇ ਨੇ ਜੇ ਉਹਨਾਂ ਦੀ ਤਲਾਸ਼ੀ ਲਈਏ ਤੇ ਸ਼ਾਇਦ ਮੇਕਅਪ ਦੇ ਸਮਾਨ ਤੋਂ ਬਿਨਾਂ ਕੁਝ ਮਿਲਣਾ ਹੀ ਨਹੀਂ। ਗੁਰੂ ਕਾ ਸਿੰਘ ਆਪਣੀ ਮਾਇਆ ਜਿਹੜੀ ਹੈ ਨਾ ਪਹਿਲ ਦੇ ਆਧਾਰ ਤੇ ਚੰਗੇ ਸ਼ਸਤਰਾਂ ਤੇ ਖਰਚਦਾ। ਤੇ ਜਿਹੜੇ ਬਹਿਰੂਪੀਏ ਨੇ ਨਾ, ਉਹਨਾਂ ਕੋਲ ਭਾਵੇਂ ਅਰਬਾਂ ਆ ਜੇ, ਉਹਨਾਂ ਕੱਪੜਿਆਂ ਜੀ ਤੇ ਆਪਣੇ ਮੇਕਅਪ ਜੀ ਜੜੀ ਜਾਣ। ਹੁਣ ਜਿਹੜੇ ਬੰਦੇ ਨੇ ਹਾਰ ਸ਼ਿੰਗਾਰ ਕਰਨੇ ਹੋਏ, ਵੰਨ ਸਵੰਨੇ ਬਸਤਰ ਪਾਉਣੇ ਹੋਏ, ਛਾਪਾਂ ਛੱਲੇ ਪਾਉਣੇ ਹੋਏ, ਤੁਸੀਂ ਦੱਸੋ ਵੀ ਉਹਨੂੰ ਤਲਵਾਰਾਂ ਚੰਗੀਆਂ ਲੱਗਦੀਆਂ ਕਿਤੇ? ਉਹਨੂੰ ਸ਼ਸਤਰ ਕਿੱਥੋਂ ਚੰਗੇ ਲੱਗਣਗੇ? ਜਿਹਦੇ ਮਨ ਦੀ ਪ੍ਰੀਤ ਹੀ ਗਹਿਣਿਆਂ ਵਿੱਚ ਹੈ, ਜਿਹਦਾ ਮਨ ਹੀ ਇੱਥੇ ਖੁੱਭਿਆ ਹੋਇਆ ਵੀ ਬਸ ਮੈਂ ਰੰਗ ਬਰੰਗੇ ਪਾ ਕੇ ਸੱਜ ਕੇ ਰਹਿਣਾ। ਪਰ ਗੁਰੂ ਕੇ ਸਿੰਘ ਇਹੋ ਜਿਹਾ ਵੀ ਸਮਾਂ ਆਇਆ, ਕੱਲੇ ਕਸ਼ਹਿਰੇ ਰਹਿ ਗਏ, ਸਰੀਰ ਤੇ ਬਸਤਰ ਨਹੀਂ ਸੀ। ਘੋੜਿਆਂ ਤੇ ਕਾਠੀਆਂ ਨਹੀਂ ਰਹਿ ਗਈਆਂ, ਬਿਸਤਰੇ ਕੱਸੇ ਕੱਲੇ। ਸੋਹਣੀਆਂ ਦਸਤਾਰਾਂ ਨਹੀਂ ਸੀ ਕੋਲ ਬਚੀਆਂ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਨਾ ਪੰਥ ਪ੍ਰਕਾਸ਼ ਵਿੱਚ, ਟੂਟੂ ਸੋ ਤੇਗੜੂ ਦੂਜੂ ਜੈਸੋ ਪਗੜੂ ਬਣਾਏ ਸਿਰ ਤਾਜਜੂ। ਡੁੱਚ ਜਿਹਾ ਲੱਗਦਾ ਵੇਖਣ ਨੂੰ ਜਿਹੜੀ ਦਸਤਾਰ ਬੰਨੀ ਹੋਈ ਹੈ, ਪਰ ਉਹਨਾਂ ਨੇ ਸ਼ਸਤਰ ਨਹੀਂ ਛੱਡੇ। ਘੋੜਿਆਂ ਦੇ ਉੱਤੇ ਹੀ ਉਹਨਾਂ ਦੇ ਆਸਣ ਬਣ ਗਏ, ਘੋੜਿਆਂ ਤੇ ਉਹੀ ਰਜਾਈਆਂ ਪਾ ਲੈਣੀਆਂ, ਉਹੀ ਕੰਬਲ ਪਾ ਲੈਣੇ ਤੇ ਸਵਾਰੀ ਕਰ ਲੈਣੀ। ਸਵੇਰ ਵੇਲੇ ਉਹਨਾਂ ਤੇ ਹੀ ਫਿਰ ਵਾਹਿਗੁਰੂ ਰਾਤ ਨੂੰ ਆਰਾਮ ਕਰ ਲੈਣਾ। ਤਾਂ ਬਸਤਰਾਂ ਤੋਂ ਦੂਰੇ ਦੂਰੇ ਕੰਮ ਲੈਂਦੇ ਨੇ। ਇੰਨੀਆਂ ਮੁਸੀਬਤਾਂ ਦੇ ਵਿੱਚ ਰਹੇ, ਪਰ ਉਹਨਾਂ ਨੇ ਕਿਸੇ ਦੀ ਗੁਲਾਮੀ ਨਹੀਂ ਕਬੂਲੀ। ਜੇ ਉਹ ਵੀ ਸ਼ਕਲਾਂ ਸਵਾਰਨ ਤੇ ਰਹਿ ਜਾਂਦੇ, ਉਹ ਵੀ ਹਾਰ ਸ਼ਿੰਗਾਰ 'ਚ ਪੈ ਜਾਂਦੇ, ਤੇ ਅੱਜ ਬੈਠੇ ਹੁੰਦੇ ਅਸੀਂ ਵੀ ਆਜ਼ਾਦੀ 'ਚ। ਅੱਜ ਤੁਹਾਡਾ ਕਦੇ ਵੀ ਆ ਮਾਣ ਸਤਿਕਾਰ ਨਾ ਹੁੰਦਾ। ਪਰ ਇਹੋ ਜਿਹੇ ਜਿਹੜੇ ਮੇਕਅਪ ਵਾਲੇ ਨੇ ਨਾ, ਇਹਨਾਂ ਨੂੰ ਬਹੁਤ ਬੁਰੇ ਲੱਗਦੇ ਨੇ ਚੜ੍ਹਦੀ ਕਲਾ ਵਾਲੇ ਸਿੰਘ, ਜਿਨ੍ਹਾਂ ਕੋਲ ਸ਼੍ਰੀ ਸਾਹਿਬ ਹੋਵੇ, ਚੰਗਾ ਸ਼ਸਤਰ ਹੋਵੇ, ਚੰਗਾ ਰਾਮ ਚੰਗਾ ਹੋਵੇ। ਇਹਨਾਂ ਨੂੰ ਵੇਖ ਕੇ ਮੌਤ ਪੈਂਦੀ ਹੈ। ਪਰ ਉਹ ਜਿਹੜੇ ਗੁਰੂ ਕੇ ਸਿੱਖ ਨੇ, ਉਹ ਐਸੇ ਨਹੀਂ ਸੀ। ਉਹ ਤਾਂ ਚੰਗੇ ਤੋਂ ਚੰਗਾ ਸ਼ਸਤਰ ਜਮ੍ਹਾਂ ਕਰਕੇ ਰੱਖਦੇ ਸੀ। ਹੁਣ ਮਹਾਰਾਜ ਨੇ ਵੀ ਅੰਦਰ ਜੇ ਗੋਲੀ ਬਰੂਦ ਇਕੱਠਾ ਕੀਤਾ ਤੇ ਲੜਾਈ ਕੀਤੀ, ਤੇ ਜੇ ਹੁੰਦਾ ਹੀ ਕੋਲ ਕੁਝ ਨਾ, ਤੇ ਫਿਰ ਢੀਮਾ ਮਾਰ ਕੇ ਤਾਂ ਲੜਿਆ ਨਹੀਂ ਜਾਂਦਾ। ਤਾਂ ਭੀਮ ਚੰਦ ਕਹਿੰਦਾ ਵੀ ਕਿੱਦਾਂ ਜਿੱਤ ਹੋਵੇ ਮੇਰੀ? ਗੁਰੂ ਮਹਾਰਾਜ ਦੇ ਕੋਲ ਤਾਂ ਗੋਲਾ ਅਸਲਾ ਹੀ ਬੜਾ ਹੈ। ਤਾਂ ਬਾਹਰ ਮੇਰੇ ਜਿਹੜੇ ਸੂਰਮੇ ਨੇ ਨਾ, ਉਹ ਤਾਂ ਬੈਠੇ ਕਿਲੇ ਵਿੱਚ, ਉਹਨਾਂ ਕੋਲ ਤਾਂ ਆਸਰਾ ਹੈ। ਬਾਹਰ ਸੈਂਕੜਿਆਂ ਦੀ ਗਿਣਤੀ ਵਿੱਚ ਰੋਜ਼ ਮੇਰੇ ਸੂਰਮੇ ਮਾਰੇ ਜਾਂਦੇ ਹਨ। ਤਾਂ ਆਨੰਦਪੁਰ ਸਾਹਿਬ ਨੂੰ ਛਡਾਉਣਾ ਗੁਰੂ ਸਾਹਿਬ ਤੋਂ, ਗੁਰੂ ਸਾਹਿਬ ਨੂੰ ਨਗਰ ਦੇ ਵਿੱਚੋਂ ਕੱਢਣਾ ਤਾਂ ਬੜੀ ਦੂਰ ਦੀ ਗੱਲ ਹੈ। ਇੱਕ ਦਿਨ ਮੇਰੋ ਬਨੈ ਪਲਾਵਨ, ਜੇ ਮੇਰੀ ਫੌਜ ਇਸੇ ਤਰ੍ਹਾਂ ਮਰਦੀ ਰਹੀ, ਮੈਨੂੰ ਇੱਕ ਦਿਨ ਇੱਥੋਂ ਆਪ ਭੱਜਣਾ ਪਏਗਾ। ਜਿੱਤ ਕਿਤੇ ਮੇਰੀ, ਜਿੱਥੇ ਕਿਤੇ ਵੀ ਪਤਾ ਲੱਗੇਗਾ ਲੋਕਾਂ ਨੂੰ ਵੀ ਉੱਥੋਂ ਹਾਰ ਕੇ ਭੱਜ ਆਇਆ, ਮੇਰੀ ਕਿੰਨੀ ਨਮੋਛੀ ਹੋਏਗੀ, ਮੇਰੀ ਬੇਇੱਜ਼ਤੀ ਹੋਏਗੀ ਸੰਸਾਰ ਵਿੱਚ। ਹਟ ਹੋ ਜਮੂ ਮਰਾਏ ਕਨੇਰੀ, ਜੇ ਮੈਂ ਇੱਥੋਂ ਇੰਨੀ ਫੌਜ ਮਰਾ ਕੇ ਪਿੱਛੇ ਹਟ ਗਿਆ ਤਾਂ ਬਹੁਤ ਜ਼ਿਆਦਾ ਨਿੰਦਿਆ ਹੋਏਗੀ ਮੇਰੀ। ਇਤਿਆਦਕ ਤਰਕਤ ਮਨ ਕਨੋ, ਇਸ ਤਰ੍ਹਾਂ ਮਨ ਦੇ ਵਿੱਚ ਤਰਕਾਂ ਕਰਦਾ, ਵਿਚਾਰਾਂ ਕਰਦਾ ਹੈ। ਰਹਿਓ ਚਿੰਤ ਚਿਤ ਸਨੋ, ਤਾਂ ਇਸ ਤਰ੍ਹਾਂ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਚਿੰਤਾਵਾਨ ਹੈ, ਬਹੁਤ ਜ਼ਿਆਦਾ ਇਹਦੇ ਮਨ ਵਿੱਚ ਫਿਕਰ ਹੈ। ਪਛਤਾਵਤ ਹੋਏ ਪਨਸਾਰ, ਤਾਂ ਇਸ ਤਰ੍ਹਾਂ ਪਛਤਾਉਂਦਿਆਂ ਪਛਤਾਉਂਦਿਆਂ ਇਹਨੂੰ ਸਵੇਰ ਹੋ ਗਈ, ਸਾਰੀ ਰਾਤ ਪਛਤਾਉਂਦਿਆਂ ਹੀ ਲੰਘਾ ਦਿੱਤੀ।
ਤੇ ਸਤਿਗੁਰੂ ਉਹ ਜਾਗੇ। ਸਤਿਗੁਰ ਜਾਗੇ ਨਿਸਬਾਰ ਤਾਂ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਾਗ ਪਏ ਹਨ। ਗਾਵਨ ਲਗੇ ਰਬਾਬੀ ਵਾਰ ਤਾਂ ਜਿਹੜੇ ਰਬਾਬੀ ਸਿੰਘਣੇ ਕੀਰਤਨੀਏ ਨੇ ਉਹ ਵਾਰ ਗਾਉਣ ਲੱਗ ਪਏ, ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗ ਪਏ ਹਨ। ਉਦੇ ਸਿੰਘ ਪਹੁੰਚਿਓ ਤਿਸ ਬਾਰ ਤਾਂ ਉਸ ਵੇਲੇ ਭਾਈ ਉਦੇ ਸਿੰਘ ਜੀ ਮਹਾਰਾਜ ਦੇ ਕੋਲ ਪਹੁੰਚੇ ਹਨ। ਦਇਆ ਸਿੰਘ ਕੋ ਲੇਕਰ ਸੰਗ ਆਪਣੇ ਨਾਲ ਉਹਨਾਂ ਨੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਲਿਆ ਹੈ। ਬੰਧਨ ਕਰਤ ਬਤਾਇਆ ਹੋ ਜੰਗ ਤਾਂ ਜਾ ਕੇ ਨਮਸਕਾਰ ਕੀਤੀ, ਮਹਾਰਾਜ ਨੂੰ ਜੰਗ ਦਾ ਸਾਰਾ ਹਾਲ ਦੱਸਿਆ ਹੈ। ਮਹਾਰਾਜ ਆਇਸਤਮ ਜੋਈ ਤਾਂ ਕਹਿਣ ਲੱਗੇ ਮਹਾਰਾਜ ਤੁਹਾਡੀ ਜੋ ਆਗਿਆ ਸੀ, ਤੁਹਾਡਾ ਜੋ ਹੁਕਮ ਲੈਣਾ ਸੀ, ਦਇਆ ਸਿੰਘ ਮੁਖਤੇ ਲੈ ਸੋਈ ਤੁਹਾਡੇ ਮਹਾਰਾਜ ਆਰਾਮ ਵਿੱਚ ਵਿਘਨ ਨਾ ਪਾਉਣ ਕਰਕੇ ਉਹ ਆਗਿਆ ਅਸੀਂ ਪਿਆਰੇ ਭਾਈ ਦਇਆ ਸਿੰਘ ਜੀ ਦੇ ਮੁਖ ਤੋਂ ਲੈ ਲਈ ਸੀ। ਗਇਓ ਖਾਲਸਾ ਮਿਲ ਸਮਦਾਇਆ ਤਾਂ ਇਸ ਤਰ੍ਹਾਂ ਖਾਲਸਾ ਜਿਹੜਾ ਸੀ ਸਾਰਾ ਇਕੱਠਾ ਹੋ ਗਿਆ। ਮਾਰ ਮੋਰਚਾ ਕਤਲ ਕਰਾਇਆ ਜਿਹੜੇ ਮੋਰਚੇ ਲਾ ਕੇ ਬੈਠੇ ਸੀ ਉਹਨਾਂ ਨੂੰ ਕਤਲ ਕਰ ਦਿੱਤਾ, ਮਾਰ ਮੁਕਾਇਆ ਹੈ। ਫਿਰ ਬਿਨ ਕੇ ਸ਼ੋਕ ਵਿਸਾਲਾ ਵੈਰੀਆਂ ਦੇ ਵਿੱਚ ਬਹੁਤ ਜ਼ਿਆਦਾ ਗਮੀ ਚੱਲ ਰਹੀ ਹੈ, ਬਹੁਤ ਜ਼ਿਆਦਾ ਦੁਖੀ ਹਨ ਸਾਡੇ ਦੁਸ਼ਮਣ। ਗਿਰ ਕੇ ਘਰ ਘਰ ਮਹਿ ਭਾਲਾ ਤਾਂ ਜਿਹੜੇ ਪਹਾੜੀਏ ਨੇ ਨਾ, ਉਹਨਾਂ ਦੇ ਤਾਂ ਘਰ ਘਰ ਵਿੱਚ ਉਸ ਵੇਲੇ ਦੁੱਖ ਦਾ ਸਮਾਂ ਹੈ, ਕੁਰਲਾ ਰਹੇ ਹਨ ਘਰਾਂ ਘਰਾਂ ਵਿੱਚ। ਕਰ ਤਾਰਤ ਤੇ ਚਲ ਆਏ ਵੈਰੀਆਂ ਦੇ ਸੱਥਰ ਲਾ ਕੇ, ਲੋਥਾਂ ਦੇ ਸੱਥਰ ਵਿਛਾ ਕੇ ਉੱਥੋਂ ਸਿੰਘ ਵਾਪਸ ਆ ਗਏ। ਸਿੰਘ ਸਰੇ ਤੇ ਸਹਿਤ ਸੁਹਾਏ ਤਾਂ ਸਿੰਘ ਜਿਹੜੇ ਨੇ ਉਹ ਆਨੰਦ ਦੇ ਨਾਲ ਮਹਾਰਾਜ ਜੀ ਕਲਿਆਣ ਦੇ ਨਾਲ ਸ਼ੋਭਾ ਪਾ ਰਹੇ ਹਨ ਆਨੰਦਪੁਰ ਸਾਹਿਬ ਵਿੱਚ। ਸੁਣ ਸਤਿਗੁਰੂ ਖੁਸ਼ੀ ਬਹੁ ਕੀਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਸੁਣ ਕੇ ਦਇਆ ਸਿੰਘ ਰਨ ਆਇਸ ਦੀਨੀ ਵੀ ਭਾਈ ਦਇਆ ਸਿੰਘ ਨੇ ਜੰਗ ਕਰਨ ਦੀ ਆਗਿਆ ਦਿੱਤੀ ਹੈ। ਇਹ ਬਚਨ ਸੁਣ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ। ਇਹ ਗਿਆਨੀ ਮਮ ਸਿੱਖ ਹੈ ਪੂਰਾ ਕਹਿਣ ਲੱਗੇ ਇਹ ਮੇਰਾ ਪੂਰਾ ਸਿੱਖ ਹੈ ਭਾਈ ਦਇਆ ਸਿੰਘ, ਇਹ ਬੜਾ ਗਿਆਨਵਾਨ ਸੋਝੀ ਵਾਲਾ ਹੈ। ਕਯੋ ਨਾ ਹੋਏ ਆਪੋ ਬਚਰੂਰਾ ਇਸ ਕਰਕੇ ਇਹਦਾ ਕਿਹਾ ਹੋਇਆ ਬਚਨ ਕਿਉਂ ਨਾ ਚੰਗਾ ਹੋਵੇ, ਇਹਦਾ ਬਚਨ ਕਿਉਂ ਨਾ ਪੂਰਾ ਹੋਵੇ। ਕਤਹੁ ਬਹਾਰੀ ਮੂਰਖ ਕਰ ਕਰ ਤਾਂ ਜਿਹੜੇ ਪਹਾੜੀਏ ਮੂਰਖ ਨੇ, ਇਹ ਜਿਹੜੇ ਮੂਰਖਤਾ ਵਾਸਤੇ ਇੱਥੇ ਆ ਗਏ ਨੇ, ਇਹਨਾਂ ਨੂੰ ਮਾਰ ਮੁਕਾਓ ਇਸੇ ਤਰ੍ਹਾਂ। ਕਰੈ ਪੀਟ ਕੋ ਇਨਕੇ ਘਰ ਘਰ ਇਹਨਾਂ ਦੇ ਘਰ ਘਰ ਵਿੱਚ ਜਿਹੜੇ ਗੁਰੂ ਘਰ ਤੇ ਚੜ੍ਹਾਈ ਕਰਕੇ ਆਏ ਨੇ, ਇਹਨਾਂ ਦੇ ਘਰ ਘਰ ਦੇ ਵਿੱਚ ਕੀਰਨੇ ਪੈਣਗੇ। ਮੋਰ ਖਾਲਸਾ ਬੜੀ ਵਿਸਾਲਾ ਤਾਂ ਜਿਹੜਾ ਖਾਲਸਾ ਹੈ ਨਾ ਸਾਡਾ, ਮਹਾਰਾਜ ਕਹਿੰਦੇ ਬੜਾ ਬੜੀ ਹੈ, ਸਾਡੇ ਖਾਲਸੇ ਦੇ ਵਿੱਚ ਬੜੀ ਤਾਕਤ ਹੈ। ਗੁਰ ਦਰੋਹੀ ਨੇ ਸਹਤੈ ਸਭ ਕਾਲਾ ਜਿਹੜੇ ਗੁਰੂ ਦੇ ਵੈਰੀ ਨੇ, ਗੁਰੂ ਦੇ ਵਿਰੋਧੀ ਨੇ, ਉਹਨਾਂ ਨੂੰ ਤਾਂ ਮਾਰ ਮੁਕਾਉਂਦਾ ਉਸੇ ਵੇਲੇ। ਤੈਨੂੰ ਕਹਿ ਤੇਰੇ ਸਿੰਘਾਸਨ ਸੁਆਮੀ ਤਾਂ ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਸਿੰਘਾਸਣ ਤੇ ਬੈਠ ਗਏ ਹਨ। ਭੂਤ ਭਵੇਖੇ ਦੇ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਤੇ ਸਮੇਂ ਦੇ, ਚੱਲ ਰਹੇ ਸਮੇਂ ਦੇ ਤੇ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਗੱਲਾਂ ਜਾਣਦੇ ਹਨ। ਬਹਿਰ ਮੋਰਚਨ ਤਥਾ ਲੜਾਈ ਬਾਹਰ ਮੋਰਚਿਆਂ ਵਿੱਚ ਉਸੇ ਤਰ੍ਹਾਂ ਲੜਾਈ ਚੱਲ ਰਹੀ ਹੈ। ਤੈ ਤਫੰਗ ਸਮੁਖ ਸਮਦਾਈ ਆਮੋ ਸਾਹਮਣੇ ਗੋਲੀ ਬਹੁਤ ਜ਼ਿਆਦਾ ਚੱਲਦੀ ਹੈ। ਨਿਜ ਨਿਜ ਮੋਰਚੇ ਪਰ ਥਰੇ ਹਵੈ ਕੈ ਆਪਣੇ ਆਪਣੇ ਮੋਰਚਿਆਂ ਦੇ ਵਿੱਚ ਟਿਕੇ ਹੋਏ ਹਨ ਦੋਵੇਂ ਪਾਸਿਆਂ ਦੇ ਸੂਰਮੇ। ਮੇਰ ਤੇ ਰਪਤੇ ਤੁਮ ਕੋ ਛਟੈ ਕੈ ਤਾਂ ਜਿੱਥੇ ਵੀ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ ਉਹਦੇ ਤੇ ਗੋਲੀ ਚਲਾ ਦਿੰਦੇ ਹਨ। ਆਉਂਦੇ ਜਾਤੇ ਕਰਹਿ ਪ੍ਰਹਾਰਨ ਜਿੱਥੇ ਕੋਈ ਆਉਂਦਾ ਜਾਂਦਾ ਵੀ ਦਿਸ ਪੈਂਦਾ ਦੁਸ਼ਮਣ ਸਿਪਾਹੀ, ਤਾਂ ਉਹਦੇ ਤੇ ਗੋਲੀਆਂ ਦੇ ਵਾਰ ਕਰਦੇ ਹਨ। ਬਲਾਇ ਹਵੈ ਕੋ ਸੰਘਾਰਨ ਕਈ ਭੱਜ ਜਾਂਦੇ ਨੇ ਤੇ ਕਈ ਮਾਰੇ ਜਾਂਦੇ ਹਨ ਇਸੇ ਤਰ੍ਹਾਂ। ਮ੍ਰਿਤਕ ਉਠਾਏ ਉਠਾਏ ਲਿਜਾਤੇ ਤਾਂ ਜਿਹੜੇ ਪਹਾੜੀਏ ਨੇ ਉਹ ਤਾਂ ਵਿਚਾਰੇ ਆਪਣੇ ਮੁਰਦੇ ਸਿਪਾਹੀਆਂ ਦੀਆਂ ਲਾਸ਼ਾਂ ਚੁੱਕਣ ਵਿੱਚ ਹੀ ਲੱਗੇ ਰਹਿੰਦੇ ਹਨ। ਸੰਚੈ ਕਰਤ ਮਹਾਤੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਸਮਾਂ ਜਿਹੜਾ ਉਹ ਤਾਂ ਬਾਲਣ ਇਕੱਠਾ ਕਰਨ 'ਚ ਹੀ ਲੰਘ ਜਾਂਦਾ। ਉਹ ਤਾਂ ਆਪਣੇ ਸੂਰਮਿਆਂ ਦੇ ਸੰਸਕਾਰ ਲਈ ਲੱਕੜਾਂ ਹੀ ਇਕੱਠੀਆਂ ਕਰਦੇ ਰਹਿ ਜਾਂਦੇ ਹਨ। ਚਮਦਸ ਆਨੰਦਪੁਰ ਕੇ ਦਾ ਹੈ ਤਾਂ ਚਾਰੇ ਪਾਸੇ ਅਨੰਦਪੁਰ ਸਾਹਿਬ ਦੇ ਇਸੇ ਤਰ੍ਹਾਂ ਗੁਰੂ ਕੇ ਸੂਰਮੇ ਵੈਰੀਆਂ ਨੂੰ ਮਾਰਦੇ ਹਨ। ਤਾਨ ਮਸਾਨਨ ਜਹਾਂ ਕਹਾਰੈ ਜਿੱਥੇ ਕਿਤੇ ਵੇਖੋ ਹੁਣ ਤਾਂ ਸੰਸਕਾਰ ਭੂਮੀ ਬਣੀ ਪਈ ਹੈ ਚਾਰੇ ਪਾਸੇ। ਵੈਰੀਆਂ ਨੂੰ ਮਾਰਦੇ ਨੇ ਸਿੰਘ, ਉਹ ਸਾੜ ਸਾੜ ਕੇ ਹਰ ਥਾਂ ਤੇ ਮਸਾਨ ਹੀ ਬਣਾਈ ਜਾਂਦੇ ਹਨ। ਜਿਤ ਕਦ ਧੂਮ ਉਠਾ ਦ੍ਰਿਸ਼ਟਾਵੈ ਜਿੱਥੇ ਕਿਤੇ ਵੀ ਵੇਖੋ ਧੂਮ ਹੀ ਉੱਠਦੀ ਪਈ ਹੈ, ਇੰਨਾ ਭਿਅੰਕਰ ਜੰਗ ਮਚਿਆ ਹੈ। ਪਰੇ ਕਿਤ ਕਤਨ ਕੋ ਕਰ ਖਾਵੈ ਕਈ ਤਾਂ ਲਾਸ਼ਾਂ ਸੰਭਾਲੀਆਂ ਨਹੀਂ ਜਾਣ ਦਈਆਂ, ਉਹ ਪਈਆਂ ਪਈਆਂ ਨੂੰ ਕੁੱਤੇ ਖਾ ਰਹੇ ਹਨ। ਬ੍ਰੰਦ ਬਿਹੰਗਮ ਗੀਤ ਬਦੇਰੀ ਬਹੁਤ ਜ਼ਿਆਦਾ ਮਾਂਸਾਹਾਰੀ ਪੰਛੀ ਖਾਂਦੇ ਨੇ।
ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਇੱਲਾਂ ਨੇ ਉਹ ਖਾ ਰਹੀਆਂ ਹਨ। ਕਾਕ ਕੰਕ ਖੈ ਬਹੁ ਤੇਰੀ। ਤਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਕਾਂ ਜਿਹੜੇ ਨੇ ਉਹ ਆ ਕੇ ਪਹਾੜੀ ਸਿਪਾਹੀਆਂ ਦਾ ਮਾਸ ਖਾਂਦੇ ਹਨ। ਸਭ ਰਾਜਨ ਪਿਖ ਚਿੰਤ ਉਪਾਈ। ਸਾਰੇ ਪਹਾੜੀ ਰਾਜੇ ਜਦੋਂ ਇਹ ਹਾਲ ਵੇਖਦੇ ਨੇ ਮਨ ਵਿੱਚ ਚਿੰਤਾ ਹੁੰਦੀ ਹੈ। ਚਿਤ ਮੈਂ ਹੱਥ ਬਹਿਤ ਉਪਾਈ। ਉਹ ਗੁਰੂ ਕੇ ਖਾਲਸੇ ਨੂੰ ਮਾਰਨ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਨ। ਭਈ ਪ੍ਰਭਾਤ ਦਿਵਸ ਚੜ ਗਇਓ। ਇਸ ਤਰ੍ਹਾਂ ਜਦੋਂ ਫਿਰ ਅੰਮ੍ਰਿਤ ਵੇਲਾ ਹੋਇਆ, ਦਿਨ ਚੜਿਆ ਹੈ, ਜਾਮ ਏਕ ਬੀਤਿ ਜਬ ਭਇਓ। ਜਦੋਂ ਇੱਕ ਪਹਿਰ ਬੀਤ ਗਿਆ ਦਿਨ ਦਾ, ਭੀਮ ਚੰਦ ਪਾਸ ਮੈਂ ਰਸੋਈ। ਤਾਂ ਉਸ ਵੇਲੇ ਭੀਮ ਚੰਦ ਦੇ ਲੰਗਰ ਵਰਤਨ ਦਾ ਸਮਾਂ ਹੋਇਆ ਹੈ। ਸ਼ਹਿਰਨਾਥ ਪਹੁੰਚੇ ਸਭ ਕੋਈ। ਤਾਂ ਜਿੰਨੇ ਵੀ ਪਹਾੜੀ ਰਾਜੇ ਸੀ ਸਾਰੇ ਭੀਮ ਚੰਦ ਦੇ ਤੰਬੂ ਵਿੱਚ ਪਹੁੰਚੇ ਹਨ। ਸਭਾ ਕਰਨ ਮੁਸਲਤ ਕੇ ਕਾਰਨ। ਉਹਨਾਂ ਨੇ ਸਭਾ ਲਾਈ ਹੈ ਸਲਾਹ ਮਸ਼ਵਰਾ ਕਰਨ ਦੇ ਵਾਸਤੇ। ਪਹੁੰਚੇ ਜਿਤ ਮੰਤਰੀ ਨੇ ਵਿਚਾਰਨ। ਆਪਣੇ ਆਪਣੇ ਮੰਤਰੀਆਂ ਦੇ ਨਾਲ ਰਾਜੇ ਪਹੁੰਚੇ ਨੇ ਸਾਰੀ ਵਿਚਾਰ ਕਰਨ ਦੇ ਲਈ ਵੀ ਕਿਵੇਂ ਖਾਲਸੇ ਤੇ ਫਤਿਹ ਪ੍ਰਾਪਤ ਹੋਵੇ, ਕਿਵੇਂ ਖਾਲਸੇ ਨੂੰ ਮਾਰਿਆ ਜਾਵੇ। ਇਹ ਸਲਾਹਾਂ ਕਰਦੇ ਨੇ। ਇੱਥੇ ਸਾਧ ਸੰਗਤ ਜੀ ਪ੍ਰਸੰਗ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮੱਤ ਬਖਸ਼ਣ। ਅਖੀਰਲੀਆਂ ਪੰਕਤੀਆਂ ਨੂੰ ਪੜ੍ਹਦੇ ਹੋਏ ਫਤਿਹ ਬੁਲਾਈਏ ਜੀ। ਸਭਾ ਕਰਨ ਮਸਲਤ ਕੇ ਕਾਰਨ, ਪਹੁੰਚੇ ਜੋਤ ਮੰਤਰੀਨ ਵਿਚਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ